ਰੱਸੀ ਮੱਚ ਗਈ ਪਰ ਵੱਟ ਨਹੀਂ ਗਿਆ। ਅੱਜ ਮੋਦੀ ਦੀ ਜਣੀ ਜੇ ਐਂ ਕਹਿਣਾ ਹੋਵੇ ਜਿਹੜੀ ਆਕੜ ਸੀ ਉਹ ਤਾਂ ਲੋਕਾਂ ਨੇ ਪੂਰੀ ਤਰ੍ਹਾਂ ਭੰਨਤੀ ਹੈ, ਪਰ ਉਹ ਸੂਬੀ ਵਾਲਾ ਹੀ ਹਾਲਤ ਬਣੀ ਹੋਈ ਅੱਜ। ਉਹ ਹਾਲਤ ਨੂੰ ਬਚਾਉਣ ਖਾਤਰ ਤੁਸੀਂ ਦੇਖੋ ਹੁਣ ਇੱਕ ਪਾਸੇ ਦੀ ਖੇਡ ਹੈ, ਜਿਹੜੇ ਰਾਜੇ ਮਹਾਰਾਜੇ ਪਹਿਲਾਂ ਖੇਡਦੇ ਹੁੰਦੇ ਸੀ ਉਹਦੇ 'ਚ ਨਰਦਾਂ ਲੱਗਦੀਆਂ ਹੁੰਦੀਆਂ ਸੀਗੀਆਂ ਇੱਕ ਦੂਜੇ ਨੂੰ ਹਰਾਉਣ ਖਾਤਰ। ਇਸੇ ਤਰ੍ਹਾਂ ਇਹ ਪ੍ਰਬੰਧ ਦੀਆਂ ਜਿਹੜੀਆਂ ਨਰਦਾਂ ਹੈ, ਹੁਣ ਮੋਦੀ ਹਕੂਮਤ ਨੇ ਆਖਰੀ ਨਰਦ ਹੈ ਜਿਹੜੀ ਸੁਪਰੀਮ ਕੋਰਟ ਦੀ, ਉਹ ਵੀ ਇਸ ਦਾਅ 'ਤੇ ਲਾ ਦੀ ਵੀ ਲੋਕਾਂ ਨੂੰ ਕਿਵੇਂ ਇਹਨਾਂ ਸੰਘਰਸ਼ ਨੂੰ ਢਾਹ ਕਿਵੇਂ ਲਾਉਣੀ ਹੈ। ਨਾਲ ਇਹ ਲਿਜਾਣ ਵਾਸਤੇ ਗੱਲ ਵੀ ਇਹ ਤਾਂ ਵੀ ਵੇਖੋ ਜੀ ਸੁਪਰੀਮ ਕੋਰਟ ਦਾ ਵੀ ਫੈਸਲਾ ਨਹੀਂ ਮੰਨਦੇ। ਇਸ ਗੱਲ ਖਾਤਰ ਹਜੇ ਵੀ ਮੋਦੀ ਹਕੂਮਤ ਭਰਮ ਭੁਲੇਖੇ 'ਚ ਹੈ। ਸਰਕਾਰ ਨੇ ਦੇਖੋ ਨਿਸ਼ਾਨਾ ਬਣਾਉਣਾ ਹੀ ਹੁੰਦਾ, ਅੱਡ ਯਤਨ ਕਰਨੇ ਹੁੰਦੇ ਆ ਸਰਕਾਰਾਂ ਕਿਸੇ ਵੀ ਰੰਗ ਦੀਆਂ ਹੋਣ। ਉਹਨਾਂ ਨੇ ਘੋਲ ਨੂੰ ਠਿੱਬੀ ਲਾਉਣ ਖਾਤਰ ਘੋਲ ਨੂੰ ਪਾੜਿਆ ਕਿਵੇਂ ਜਾਵੇ, ਜਥੇਬੰਦੀਆਂ 'ਚ ਫੁੱਟ ਕਿਵੇਂ ਪਾਈ ਜਾਵੇ, ਬਥੇਰੇ ਯਤਨ ਕੀਤੇ ਉਹਨਾਂ ਨੇ। ਜਥੇਬੰਦੀਆਂ 'ਤੇ ਉਹਨਾਂ ਨੇ ਇਹ ਖਾਲਿਸਤਾਨੀ ਹੈ ਜੀ, ਇਹ ਨਕਸਲਾਈਟ ਹੈ ਜੀ, ਇਹ ਟੁਕੜੇ ਗੈਂਗ ਹੈ ਜੀ, ਇਹ ਪਾਕਿਸਤਾਨ ਦੇ ਏਜੰਟ ਹੈ ਜੀ, ਇਹ ਚੀਨ ਦੇ ਚੱਕੇ ਹੋਏ ਹੈ ਜੀ, ਇਹ ਵਿਰੋਧੀ ਧਿਰਾਂ ਦੇ ਚੱਕੇ ਹੋਏ ਹੈ ਜੀ, ਇਹ ਵਿਚੋਲ ਗਏ ਹੈ ਜੀ। ਭਲਾ ਕੀ ਨਹੀਂ ਕਿਹਾ। ਉਹਨਾਂ ਦੀਆਂ ਸਾਰੀਆਂ ਨਰਦਾਂ ਲੋਕਾਂ ਦੇ ਸਾਂਝੇ ਘੋਲ ਨੇ ਬਿਲਕੁਲ ਚਿੱਤ ਕਰਤੀਆਂ। ਜਦੋਂ ਇਹ ਸੰਘਰਸ਼ ਸ਼ੁਰੂ ਹੋਇਆ ਤਾਂ ਕੁਝ ਨੌਜਵਾਨ ਅਜਿਹੇ ਸਨ, ਬੇਸ਼ੱਕ ਗੱਲ ਲੱਖਾ ਸਧਾਣਾ ਦੀ ਹੋਵੇ, ਦੀਪ ਸਿੱਧੂ ਦੀ ਹੋਵੇ ਜਾਂ ਸੁਖਪ੍ਰੀਤ ਸਿੰਘ ਉਦੂਕੇ ਵਰਗੇ ਪੜ੍ਹੇ ਲਿਖੇ ਵਿਦਵਾਨ ਹੋਣ, ਉਹਨਾਂ ਨੇ ਵੀ ਬਹੁਤ ਵੱਡੀ ਘਾਲਣਾ ਕੀਤੀ ਨੌਜਵਾਨਾਂ ਨੂੰ ਉਤਸ਼ਾਹਿਤ ਕਰਨ ਵਾਸਤੇ, ਨੌਜਵਾਨਾਂ ਨੂੰ ਇਸ ਚੀਜ਼ ਤੋਂ ਜਾਣੂ ਕਰਵਾਉਣ ਵਾਸਤੇ ਕਿ ਉਹ ਨਸ਼ੇੜੀ ਨਹੀਂ ਨੇ, ਉਹਨਾਂ ਦੀ ਆਪਣੀ ਪਛਾਣ ਕੀ ਹੈ, ਉਹਨਾਂ ਦੀ ਆਪਣੀ ਹੋਂਦ ਕੀ ਹੈ। ਪਰ ਜਦੋਂ ਬੈਰੀਅਰ ਤੋੜ ਕੇ ਦਿੱਲੀ ਦੀ ਹਿੱਕ 'ਤੇ ਆ ਕੇ ਅਸੀਂ ਬਹਿ ਗਏ ਤਾਂ ਕਿਤੇ ਨਾ ਕਿਤੇ ਉਹਨਾਂ ਨੌਜਵਾਨਾਂ ਨੂੰ ਪਿੱਛੇ ਕਰ ਦਿੱਤਾ ਗਿਆ। ਅਗਰ ਸਾਡੇ ਪੜ੍ਹੇ ਲਿਖੇ ਸੂਝਵਾਨ ਨੌਜਵਾਨ ਸਾਨੂੰ ਕੋਈ ਸਲਾਹ ਦੇਣਾ ਚਾਹੁੰਦੇ ਨੇ, ਤੁਹਾਨੂੰ ਕੀ ਲੱਗਦਾ ਸਾਨੂੰ ਨਹੀਂ ਲੈਣੀ ਚਾਹੀਦੀ? ਬਿਲਕੁਲ ਲੈਣੀ ਚਾਹੀਦੀ ਹੈ ਨੌਜਵਾਨ ਨੂੰ। ਅਸੀਂ ਤਾਂ ਨੌਜਵਾਨਾਂ ਨੂੰ ਤਰਸਦੇ ਰਹੇ ਹੁਣ ਤੱਕ, ਸਾਡੀਆਂ ਉਮਰਾਂ ਲੰਘ ਗਈਆਂ ਇਸ ਲਹਿਰ ਦੇ ਲੇਖੇ ਲਾਈਆਂ। ਛੋਟੇ ਅਸੀਂ ਸਾਡੀ 35-36 ਸਾਲ ਮੈਨੂੰ ਇਸ ਲਹਿਰ ਦੇ ਵਿੱਚ ਹੋ ਗਿਆ। ਮੈਂ 83 ਦਾ ਸਰਗਰਮ ਹੈ ਕਿਸਾਨ ਲਹਿਰ ਦੇ ਵਿੱਚ। ਨੌਜਵਾਨ ਆਏ ਆ, ਜੀ ਆਇਆਂ ਨੂੰ ਕਹਿੰਦੇ ਅਸੀਂ ਨੌਜਵਾਨਾਂ 'ਚ ਬਹੁਤ ਜਜ਼ਬਾ ਹੈ। ਨੌਜਵਾਨ ਹੀ ਲਹਿਰ ਦਾ ਅੰਗ ਬਣ ਕੇ ਲਹਿਰ ਨੂੰ ਜਿੱਤ ਵੱਲ ਨੌਜਵਾਨ ਹੀ ਲੈ ਕੇ ਜਾਂਦੇ ਹੁੰਦੇ ਆ। ਨੌਜਵਾਨਾਂ ਦੀ ਲੋੜ ਅੱਜ ਬਹੁਤ ਵੱਡੀ ਗਿਣਤੀ 'ਚ ਆਏ ਹੋਏ ਆ, ਪਰ ਅਸੀਂ ਨੌਜਵਾਨਾਂ ਨੂੰ ਕਹਿੰਦੇ ਹਾਂ ਕਿਉਂਕਿ ਤੱਤਾ ਖੂਨ ਹੁੰਦਾ ਥੋੜ੍ਹਾ ਜਿਹਾ, ਜਿੱਥੇ ਜੋਸ਼ ਵੱਧ ਹੁੰਦਾ ਨੌਜਵਾਨਾਂ ਦਾ। ਅਸੀਂ ਇਹ ਜਿਹੜੀ ਸਿਆਣੀ ਲੀਡਰਸ਼ਿਪ ਆ ਉਹਨਾਂ ਨੂੰ ਕਹਿੰਦੇ ਹਾਂ ਵੀ ਜੋਸ਼ ਦੇ ਉੱਤੋਂ ਦੀ ਜੇ ਹੋਸ਼ ਦੇ ਉੱਤੋਂ ਦੀ ਜੋਸ਼ ਪੈ ਜੇ ਫਿਰ ਉਹ ਖਤਰੇ ਭਰਿਆ ਕੰਮ ਹੋ ਜਾਂਦਾ। ਅਗਰ ਦੀਪ ਤੁਹਾਡੇ ਨਾਲ ਸੰਪਰਕ ਕਰਦੇ ਆ, ਤੁਹਾਡੇ ਮੰਚ ਦੇ ਉੱਤੇ ਆਉਂਦੇ ਨੇ, ਤੁਹਾਡੇ ਵੱਲੋਂ ਕੀ ਰਿਐਕਸ਼ਨ? ਦੇਖੋ ਜਦੋਂ ਕੋਈ ਉਹਦੀ ਗੱਲ ਆਊਗੀ ਉਦੋਂ ਉਹਨੂੰ ਵਿਚਾਰਿਆ ਜਾ ਸਕਦਾ, ਪਰ ਜੋ ਪਿਛੋਕੜ ਆ ਨਾ ਸ਼ੰਭੂ ਜਿਹੜਾ ਬਾਰਡਰ ਸੀਗਾ ਉਹਦਾ, ਪਹਿਲਾਂ ਉਹਨੇ ਵੱਖ ਤੌਰ 'ਤੇ ਲਾਇਆ। ਜਦੋਂ ਅਸੀਂ ਗੱਲਾਂ ਸੁਣਦੇ ਰਹੇ ਹਾਂ, ਜਦੋਂ ਦਾ ਘੋਲ ਚੱਲਿਆ, ਉਹਨੇ ਉਹਨਾਂ ਬੇੜਿਆਂ ਦੇ ਵਿੱਚ ਇਸ ਘੋਲ ਦੇ ਵਿੱਚ ਹੋਰ ਮੁੱਦੇ ਜਿਹੜੇ ਘੁਸੇੜਨੇ ਚਾਹੇ ਆ, ਜਿਹਦਾ ਕਰਕੇ ਉਹਦੀ ਦੂਰੀ ਬਣੀ ਹੈ ਇਸ ਘੋਲ ਨਾਲੋਂ। ਸਰਕਾਰਾਂ ਬਥੇਰੇ ਭੇਸਾਂ ਦੇ ਵਿੱਚ ਆਉਂਦੀਆਂ ਹੁੰਦੀਆਂ, ਜਿਵੇਂ ਤੁਸੀਂ ਜ਼ਿਕਰ ਕੀਤਾ, ਇੱਥੋਂ ਤੱਕ ਵੀ ਉਹਨਾਂ ਨੇ ਕਿਹਾ ਵੀ ਮੁਫਤ ਸ਼ਰਾਬ ਬਣਾ ਕੇ ਕੁੜੀਆਂ ਭੇਜ ਦਿਓ ਵੀ ਕੋਈ ਛੇੜਛਾੜ ਕਰਨ। ਇਹ ਅਸੀਂ ਇਹ ਵੀ ਦੇਖਿਆ, ਪਰ ਧੰਨ ਸਦਕੇ ਜਾਈਏ, ਅਸੀਂ ਸਲਾਮ ਕਰਦੇ ਹਾਂ ਸਾਡੀ ਨੌਜਵਾਨੀ ਦੇ ਜਿਨ੍ਹਾਂ ਨੇ ਹਾਲੇ ਤੱਕ ਸਾਨੂੰ ਆਹ ਕਿੱਡਾ ਵੱਡਾ ਲੰਬਾ ਤੁਸੀਂ ਦੇਖ ਲਓਗੇ ਇਹ ਲੱਗਿਆ ਹੋਇਆ ਕਾਫਲਾ, ਇੱਕ ਵੀ ਸ਼ਰਾਰਤ ਇਹ ਜਿਹੀ ਨਹੀਂ ਆਈ ਸਾਡੇ ਨੌਜਵਾਨਾਂ ਵੱਲੋਂ ਵੀ ਇਹ ਕੁੜੀ ਕਤਰੀ ਨਾਲ ਛੇੜਛਾੜ ਦਾ ਮਾਮਲਾ ਆ ਗਿਆ ਹੋਵੇ, ਕੋਈ ਗੱਲ ਹੋ ਗਈ ਹੋਵੇ। ਜਿਹੜਾ ਨਸ਼ੇੜੀ ਕਰਕੇ ਨੌਜਵਾਨੀ ਨੂੰ ਭੰਡਿਆ ਜਾ ਰਿਹਾ ਸੀ। ਅਸੀਂ ਪਿੰਡਾਂ ਦੇ ਵਿੱਚ ਦੇਖਦੇ ਹੁੰਦੇ ਸੀ, ਜੇ ਕਿਤੇ ਵੱਡੇ ਕਲੱਬਾਂ ਦੇ ਟੂਰਨਾਮੈਂਟ ਹੁੰਦੇ ਸੀ ਅਗਲੇ ਦਿਨਾਂ ਦੇ ਵਿੱਚ, ਜਦੋਂ ਗਰਾਊਂਡ ਦੇ ਮਗਰਲੇ ਪਾਸੇ ਜਾਂਦੇ ਹੁੰਦੇ ਸੀ ਨਾ, ਉੱਥੇ ਸਰਿੰਜਾਂ ਦੇ ਢੇਰ ਲੱਗੇ ਪਏ ਹੁੰਦੇ ਸੀ। ਪਰ ਅੱਜ ਤੁਸੀਂ ਉੱਥੋਂ ਤੁਰੇ ਜਾਓ, ਆਹ 15-20 ਕਿਲੋਮੀਟਰ ਦਾ ਆਹ ਫਾਸਲਾ ਹੈ, ਦੂਜੇ ਪਾਸੇ ਚਲੇ ਜਾਓ, ਅਸੀਂ ਗੌਰ ਨਾਲ ਦੇਖਿਆ, ਕਦੇ ਵੇਖੀ ਆ ਸਰਿੰਜ ਕਿਸੇ ਨੇ? ਮਤਲਬ ਕੀ ਆ, ਸਾਡੀ ਨੌਜਵਾਨੀ ਨੂੰ ਉਹ ਨਸ਼ਿਆਂ ਤੋਂ ਛੱਡ ਕੇ ਅੱਜ ਘੋਲ ਦਾ ਨਸ਼ਾ ਚੜਿਆ ਪਿਆ। ਬਿਲਕੁਲ ਇਸ ਗੱਲ ਕਰਕੇ ਅਸੀਂ ਤਾਂ ਕਹਿੰਦੇ ਵੱਡੀ ਪ੍ਰਾਪਤੀ ਕਰ ਲਈ, ਅਸੀਂ ਨੌਜਵਾਨੀ ਨੂੰ ਬਚਾ ਲਿਆ। ਬਿਲਕੁਲ ਜੀ, ਜਿੱਦਾਂ ਇਹਨਾਂ ਨੇ ਕਿਹਾ ਕਿ ਨੌਜਵਾਨੀ ਨੂੰ ਚਾਹੇ ਹਿੰਦ ਹਕੂਮਤ ਜਿੰਨਾ ਮਰਜ਼ੀ ਜ਼ੋਰ ਲਾ ਲਵੇ ਹੁਣ ਨਹੀਂ ਹਿਲਾ ਸਕਦੀ, ਕਿਉਂਕਿ ਭਾਈ ਗੁਰਪ੍ਰੀਤ ਸਿੰਘ ਮਿੰਟੂ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੇ ਵੀ ਇਹ ਗੱਲ ਦੱਸੀ ਸੀ ਕਿ ਉਹ ਨੌਜਵਾਨ ਜਿਹੜੇ ਨਸ਼ਿਆਂ ਦੇ ਆਦੀ ਸੀ, ਅੱਜ ਉਹਨਾਂ ਨੂੰ ਇਸ ਸੰਘਰਸ਼ ਦਾ ਨਸ਼ਾ ਚੜਿਆ ਹੈ। ਨੰਗੇ ਪੈਰ ਸੜਕਾਂ ਦੇ ਉੱਤੇ ਝਾੜੂ ਲਿਆ ਕੇ ਉਹ ਨੌਜਵਾਨ ਸੜਕਾਂ ਸਾਫ਼ ਕਰਦੇ ਪਏ ਨੇ, ਦਿੱਲੀ ਦੀ ਹਿੱਕ ਉੱਤੇ ਬੱਚੇ ਸੇਵਾ ਕਰਦੇ ਪਏ ਨੇ, ਨੌਜਵਾਨ ਸੇਵਾ ਕਰਦੇ ਪਏ ਨੇ ਜਿਹੜੇ ਕਦੀ ਨਸ਼ਿਆਂ ਦੇ ਆਦੀ ਸੀ। ਤੇ ਅਗਰ ਦਮਦਮੀ ਟਕਸਾਲ ਜੱਥਾ ਰਾਜਪੁਰ ਤੋਂ ਬਰਜਿੰਦਰ ਸਿੰਘ ਪਰਵਾਨਾ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੇ ਸਿੰਘਾਂ ਨੂੰ ਮਤਲਬ ਨੌਜਵਾਨ ਨੂੰ ਅੰਮ੍ਰਿਤ ਛਕਾ ਕੇ ਸਿੰਘ ਸਜਾਇਆ। ਇਸ ਮੋਰਚੇ ਦੀ ਇਸ ਤੋਂ ਵੱਡੀਆਂ ਪ੍ਰਾਪਤੀਆਂ ਕੀ ਹੋ ਸਕਦੀਆਂ ਨੇ ਸਾਡੇ ਵਾਸਤੇ? ਸਾਡੀ ਉਹ ਨੌਜਵਾਨ ਪੀੜ੍ਹੀ ਜਿਹੜੀ ਡੂੰਘੀ ਨੀਂਦ ਸੁੱਤੀ ਹੋਈ ਸੀ, ਅੱਜ ਉੱਠ ਕੇ ਦਿੱਲੀ ਦੀ ਹਿੱਕ 'ਤੇ ਆਣ ਖਲੋਤੀ ਹੈ ਆਪਣੇ ਹੱਕ ਮੰਗਣ ਵਾਸਤੇ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਬਾਣੀ ਅਖੰਡ ਬਾਣੀ ਦੇਖ ਰਹੀਆਂ ਦੇਸ਼ ਵਿਦੇਸ਼ ਦੀਆਂ ਸਾਰੀਆਂ ਸੰਗਤਾਂ ਦਾ ਮੈਂ ਪ੍ਰੀਤ ਸੈਣੀ ਸਵਾਗਤ ਕਰਦਾ। ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਅਸੀਂ ਦਿੱਲੀ ਦੀ ਹਿੱਕ ਤੇ ਜਿੰਨੇ ਮੋਰਚੇ ਲੱਗੇ ਆ ਹਰ ਮੋਰਚੇ ਦੀ ਅਪਡੇਟ ਤੁਹਾਡੇ ਤੱਕ ਪਹੁੰਚਾ ਰਹੇ ਹਾਂ ਤੇ ਬਹੁਤ ਜਾਣਿਆਂ ਦੀ ਇਹ ਡਿਮਾਂਡ ਸੀ ਕਿ ਅਸੀਂ ਉਗਰਾਹਾਂ ਦੇ ਮੰਚ ਤੇ ਵੀ ਪਹੁੰਚੀਏ ਤੇ ਉੱਥੋਂ ਵੀ ਤੁਹਾਡੇ ਰੂਬਰੂ ਉਹਨਾਂ ਸੱਜਣਾਂ ਨੂੰ ਕਰੀਏ ਜਿਨ੍ਹਾਂ ਦੇ ਹੱਥ ਦੇ ਵਿੱਚ ਬਾਗਡੋਰ ਹੈ ਇਸ ਕਿਸਾਨੀ ਸੰਘਰਸ਼ ਦੀ। ਤੇ ਸ਼ਿੰਗਾਰਾ ਜੀ ਸਾਡੇ ਨਾਲ ਨੇ BKU ਉਗਰਾਹਾਂ ਤੋਂ। ਪਹਿਲਾਂ ਫਤਿਹ ਦੀ ਸਾਂਝ ਪਾਉਂਦੇ ਹਾਂ ਤੇ ਫਿਰ ਇਸ ਕਿਸਾਨੀ ਘੋਲ ਦੇ ਵਿੱਚ ਅਸੀਂ ਕਿੱਥੇ ਕੀ ਸਰਕਾਰਾਂ ਦੇ ਗੋਡੇ ਲਵਾ ਚੁੱਕੇ ਆ ਤੇ ਕਿਉਂ ਸਰਕਾਰਾਂ ਅਰਜੇ ਵੀ ਰੱਸੀ ਜਲ ਗਈ ਬਲ ਮਤਲਬ ਮੁੱਕਣ ਨਹੀਂ ਦਿੰਦੀਆਂ। ਉਹ ਕਿਹੜਾ ਪੇਚ ਹੈ ਜਿਹੜਾ ਫਸਿਆ ਹੋਇਆ ਹੈ ਉਹ ਵੀ ਜਾਣਾਂਗੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਅਗਰ ਅਸੀਂ ਇਸ ਕਿਸਾਨੀ ਘੋਲ ਦੀ ਗੱਲ ਕਰੀਏ ਤਾਂ 2 ਮਹੀਨੇ ਪੰਜਾਬ 'ਚ ਤਕਰੀਬਨ 1.5 ਮਹੀਨਾ ਦਿੱਲੀ ਦੀ ਹਿੱਕ ਤੇ ਸਾਨੂੰ ਹੋ ਗਿਆ ਆ ਤੇ ਪੋਹ ਦਾ ਮਹੀਨਾ ਜਿਹੜਾ ਮਾਤਾ ਗੁਜਰ ਕੌਰ ਨੇ ਛੋਟੇ ਸਾਹਿਬਜ਼ਾਦਿਆਂ ਨੇ ਠੰਡੇ ਬੁਰਜ 'ਚ ਬਿਤਾਇਆ ਸੀ ਉਹਨਾਂ ਦੇ ਬੱਚਿਆਂ ਨੇ ਅੱਜ ਦਿੱਲੀ ਦੀਆਂ ਹਿੱਕਾਂ ਤੇ ਉਹ ਮਹੀਨਾ ਬਿਤਾਇਆ ਆ। ਪਰ ਇਹਦਾ ਕੀ ਕਹੋਗੇ ਇਸ ਹਕੂਮਤ ਬਾਰੇ ਜਿਸ ਨੇ ਇੰਨਾ ਜ਼ੁਲਮ ਇਸ ਕੌਮ ਤੇ ਢਾਇਆ? ਦੇਖੋ, ਜਿਹੜੀਆਂ ਇਹ ਸਮੇਂ ਦੇ ਹਾਕਮ ਕਿਸੇ ਵੀ ਰੰਗ ਦੇ ਹੋਣ ਉਹ ਹਮੇਸ਼ਾ ਹੀ ਕਿਰਤੀ ਲੋਕਾਂ ਤੇ ਜ਼ੁਲਮ ਢਾਉਂਦੇ ਆਏ ਹੈ। ਇਹ ਉਸੇ ਦੀ ਕੜੀ ਹੈ। ਜੇ ਕਹਿਣਾ ਹੋਵੇ ਜਿਹੜੇ ਜ਼ੁਲਮ ਸਹਿਣ ਵਾਲੇ ਕਿਰਤੀ ਲੋਕ ਹੈ, ਜਿਹੜੇ ਸਾਰੇ ਲੋਕਾਂ ਦਾ ਧੜਾ ਜੇ ਕਹਿਣਾ ਹੋਵੇ, ਉਹ ਹਮੇਸ਼ਾ ਜ਼ਬਰ ਦਾ ਮੁਕਾਬਲਾ ਕਰਦੇ ਆਏ ਹੈ। ਜ਼ਬਰ ਢਾਉਣ ਵਾਲਿਆਂ ਨੂੰ ਆਪਦੇ ਸਬਰ ਦੇ ਨਾਲ ਉਹ ਹਰਾਉਂਦੇ ਤੁਰਿਆ ਰਿਹਾ। ਇਸ ਹਕੂਮਤ ਦਾ ਵੀ ਉਹੀ ਖਾਸਾ ਹੈ, ਉਹ ਇਹ ਔਰੰਗਿਆਂ ਦੀ ਔਲਾਦ ਹੈ ਜਿਹੜੇ ਲੋਕਾਂ ਤੇ ਪਹਿਲਾਂ ਜ਼ਬਰ ਕਰਦੇ ਰਹੇ ਹੈ। ਇੱਧਰ ਲੋਕ ਫਿਰ ਉਹ ਚਾਹੇ ਸਾਡੀਆਂ ਮਾਤਾਵਾਂ ਮਾਈ ਭਾਗੋ ਦੀਆਂ ਵਾਰਸਾਂ ਹੈ, ਗੁਰੂ ਗੋਬਿੰਦ ਸਿੰਘ ਦੇ ਵਾਰਸਾਂ ਹੈ, ਉਹ ਚਾਚਾ ਅਜੀਤ ਸਿੰਘ ਦੇ ਵਾਰਸ ਹੈ, ਚਾਹੇ ਸ਼ਹੀਦ ਭਗਤ ਸਿੰਘ ਦੀ ਨਵੀਂ ਪੀੜ੍ਹੀ ਦੇ ਵਾਰਸ ਨੇ ਜਿਹੜੇ ਨੌਜਵਾਨ, ਇੱਧਰ ਉਹ ਆਏ ਹੋਏ ਆ, ਉੱਧਰ ਉਹਨਾਂ ਨਾਲ ਜ਼ਬਰ ਨਾਲ ਮੁਕਾਬਲਾ ਲੱਗਿਆ ਹੋਇਆ। ਇਸ ਕਿਸਮ ਦਾ ਮਾਮਲਾ ਹੈ। ਉਹ ਫਿਰ ਜ਼ਬਰ ਵਾਲੇ ਆਖਰਕਾਰ ਤੱਕ ਜ਼ਬਰ ਕਰਦੇ ਆ, ਲੋਕ ਜ਼ਬਰ ਸਹਿੰਦੇ ਆ ਸਬਰ ਦੇ ਨਾਲ, ਅਖੀਰ ਨੂੰ ਸਬਰ ਦੇ ਨਾਲ ਉਹ ਜ਼ਬਰ ਨੂੰ ਹਰਾਉਂਦੇ ਆ ਲੋਕ। ਬਿਲਕੁਲ ਜੀ, ਹਰਾਉਂਦੇ ਆ ਤੇ ਹਰਾਉਂਦੇ ਆਏ ਆ। ਇਸ ਸਿੱਖ ਇਤਿਹਾਸ ਉਸ ਚੀਜ਼ ਦਾ ਗਵਾਹ ਹੈ ਕਿ ਕਦੇ ਵੀ ਇਸ ਕੌਮ ਨੇ ਈਨ ਨਹੀਂ ਮੰਨੀ ਤੇ ਓਬਵੀਅਸ ਸਿਆਣੇ ਵੀ ਅਕਸਰ ਕਹਿੰਦੇ ਨੇ ਕਿ ਜਿਹੜੀਆਂ ਕੌਮਾਂ ਜਾਗਦੀਆਂ ਹੁੰਦੀਆਂ ਨੇ ਭੀੜ ਹਮੇਸ਼ਾ ਉਹਨਾਂ ਤੇ ਹੀ ਪੈਂਦੀ ਹੈ ਤੇ ਇਹ ਉਹ ਕੌਮ ਹੈ ਜਿਹੜੀ ਦੂਜਿਆਂ ਵਾਸਤੇ ਸ਼ਹਾਦਤਾਂ ਦਿੰਦੀ ਹੈ, ਬਲੀਦਾਨ ਦਿੰਦੀ ਹੈ। ਪਰ ਅੱਜ ਅਸੀਂ ਜਿਸ ਮੋੜ ਤੇ ਖੜੇ ਹਾਂ, ਕੇਂਦਰ ਸਰਕਾਰ ਨਵੀਆਂ ਗੋਲੀਆਂ ਕਿਸਾਨੀ ਸੰਘਰਸ਼ ਨੂੰ ਪਾ ਰਹੀ ਹੈ। ਕਦੀ ਰੱਦ ਕਰਨ ਦੀ ਹੋਲਡ ਕਰਨ ਦੀ ਗੱਲ ਕਹਿੰਦੀਆਂ ਨੇ, ਕਦੀ ਕਹਿੰਦੀਆਂ ਨੇ ਕਿ ਜਿੱਦਾਂ ਤੁਸੀਂ ਕਹਿੰਦੇ ਹੋ ਉੱਦਾਂ ਅਮੈਂਡਮੈਂਟ ਕਰ ਦਿੰਦੇ ਆ। 8 ਦੌਰ ਦੀਆਂ ਮੀਟਿੰਗਸ ਹੋ ਚੁੱਕੀਆਂ ਨੇ, 9 ਦੌਰ ਦੀਆਂ। ਹੁਣ ਸੁਪਰੀਮ ਕੋਰਟ ਤੋਂ ਨਵਾਂ ਸ਼ੋਸ਼ਾ ਛਡਵਾਤਾ ਕਿ ਸੁਪਰੀਮ ਕੋਰਟ ਵੱਲੋਂ ਅਸੀਂ ਹੋਲਡ ਕਰਵਾ ਰਹੇ ਹਾਂ ਤੇ ਹੁਣ ਅਗਲੀ ਰਣਨੀਤੀ ਇਹਨਾਂ ਦੀ ਤੁਹਾਨੂੰ ਕੀ ਲੱਗਦੀ ਹੈ? ਕਿਉਂਕਿ ਸੀਨੀਅਰ ਆਗੂ ਜਿਹੜੇ ਹੈਗੇ ਨੇ ਦੂਸਰੇ ਹੋਰ ਜਥੇਬੰਦੀਆਂ ਨੇ ਉਹਨਾਂ ਨਾਲ ਵੀ ਗੱਲ ਕੀਤੀ ਹੈ। ਉਹਨਾਂ ਦਾ ਕਹਿਣਾ ਇਹੀ ਹੈ ਕਿ ਅਸੀਂ ਯੈਸ ਔਰ ਨੋ ਸਾਡਾ ਕਲੀਅਰ ਆਨਸਰ ਹੈ, ਉਸ ਤੋਂ ਇਲਾਵਾ ਅਸੀਂ ਕਿਸੇ ਰਣਨੀਤੀ ਦੇ ਉੱਤੇ ਨਹੀਂ ਹਾਮੀ ਭਰਦੇ। ਦੇਖੋ, ਬਿਲਕੁਲ ਬਹੁਤ ਸਾਫ਼ ਹੈ। ਸਾਰੀਆਂ ਹੀ ਜਥੇਬੰਦੀਆਂ ਦਾ ਜਿੰਨੀਆਂ ਅੱਜ ਘੋਲ ਦੇ ਮੈਦਾਨ ਦੇ ਵਿੱਚ ਹੈ, ਇਕਜੁੱਟਤਾ ਦੇ ਨਾਲ ਸਭਨਾਂ ਦਾ ਇਹੋ ਹੀ ਸਾਂਝਾ ਫੈਸਲਾ ਹੈ ਵੀ ਇਹ ਜਿਹੜੇ 3 ਖੇਤੀ ਕਾਨੂੰਨ ਹੈ, ਚੌਥਾ ਬਿਜਲੀ ਐਕਟ ਹੈ 2020, 5ਵਾਂ ਪਰਾਲੀ ਵਾਲਾ ਭਾਵੇਂ ਉਹਨਾਂ ਨੇ ਹਾਂ ਕਰਤੀ ਉਹਦੇ 'ਤੇ ਵੀ ਉਹ ਤਾਂ ਅਸੀਂ ਖਤਮ ਕਰਤਾ। MSP ਦਾ ਮਾਮਲਾ, ਸਾਰੇ ਮੁਲਕ 'ਚ ਸਾਰੀਆਂ ਫਸਲਾਂ 'ਤੇ MSP ਦੀ ਗਰੰਟੀ ਹੋਵੇ, ਉਹਦੀ ਖਰੀਦ ਦੀ ਗਰੰਟੀ ਹੋਵੇ। ਇਹ ਗੱਲਾਂ ਮਨਵਾਉਣ ਖਾਤਰ ਸਾਰੀਆਂ ਜਥੇਬੰਦੀਆਂ ਇਕਜੁੱਟਤਾ ਦੇ ਨਾਲ ਸਰਕਾਰ ਨੂੰ ਕਿਹਾ ਹੋਇਆ ਹਾਂ ਜਾਂ ਨਾ ਵਾਲੀ ਗੱਲ ਵੀ ਚਾਹੇ ਮੰਗਾਂ ਮੰਨੋ, ਚਾਹੇ ਤੁਹਾਡਾ ਆਪਦਾ ਪੈਂਤਰਾ ਜੋ ਮਰਜ਼ੀ ਵਰਤ ਲਓ। ਤੇ ਕਿਸਾਨ ਜਥੇਬੰਦੀਆਂ ਦਾ ਸਾਰੀਆਂ ਦਾ ਇਕਜੁੱਟਤਾ ਦੇ ਨਾਲ ਇਹੀ ਫੈਸਲਾ ਹੈ ਵੀ ਅਸੀਂ ਇਹ ਆਪਦੀਆਂ ਮੰਗਾਂ ਜਾਣੀ ਕਿ ਇਹ ਕਾਲੇ ਕਾਨੂੰਨ ਖਤਮ ਕਰਾਏ ਬਿਨਾਂ ਸਾਡਾ ਘੋਲ ਹੈ ਜਿਹੜਾ ਇਹ ਵਾਪਸ ਨਹੀਂ ਲਿਆ ਜਾਊਗਾ। ਜਿੱਥੋਂ ਤੱਕ ਸਰਕਾਰ ਦਾ, ਵੇਖੋ ਸਰਕਾਰਾਂ ਨੇ ਆਪਦੀਆਂ ਚਾਲਾਂ ਚੱਲਣੀਆਂ ਹੁੰਦੀਆਂ। ਜੇ ਐਂ ਕਹਿਣਾ ਹੋਵੇ ਸਰਕਾਰ ਇੰਨੀ ਬੁਰੀ ਥਾਂ 'ਤੇ ਲੋਕਾਂ ਦੇ ਸੰਘਰਸ਼ ਨੇ ਸਿੱਟ ਦਿੱਤੀ ਹੈ ਵੀ ਜਿਵੇਂ ਪੰਜਾਬੀ ਦੀ ਉਹ ਕਹਾਵਤ ਹੈ ਵੀ ਰੱਸੀ ਮੱਚ ਗਈ ਪਰ ਵੱਟ ਨਹੀਂ ਗਿਆ। ਅੱਜ ਮੋਦੀ ਦੀ ਜਾਣੀ ਜੇ ਐਂ ਕਹਿਣਾ ਹੋਵੇ ਜਿਹੜੀ ਆਕੜ ਸੀ ਉਹ ਤਾਂ ਲੋਕਾਂ ਨੇ ਬੁਰੀ ਤਰ੍ਹਾਂ ਭੰਨਤੀ ਹੈ, ਪਰ ਉਹ ਸੂਬੀ ਵਾਲਾ ਹੀ ਹਾਲਤ ਬਣੀ ਹੋਈ ਅੱਜ। ਉਹ ਹਾਲਤ ਨੂੰ ਬਚਾਉਣ ਖਾਤਰ ਤੁਸੀਂ ਦੇਖੋ ਹੁਣ ਇੱਕ ਪਾਸੇ ਦੀ ਖੇਡ ਹੈ, ਜਿਹੜੇ ਰਾਜੇ ਮਹਾਰਾਜੇ ਪਹਿਲਾਂ ਖੇਡਦੇ ਹੁੰਦੇ ਸੀ, ਉਹਦੇ 'ਚ ਨਰਦਾਂ ਲੱਗਦੀਆਂ ਹੁੰਦੀਆਂ ਸੀਗਾ ਇੱਕ ਦੂਜੇ ਨੂੰ ਹਰਾਉਣ ਖਾਤਰ। ਇਸੇ ਤਰ੍ਹਾਂ ਇਹ ਪ੍ਰਬੰਧ ਦੀਆਂ ਜਿਹੜੀਆਂ ਨਰਦਾਂ ਹੈ, ਹੁਣ ਮੋਦੀ ਹਕੂਮਤ ਨੇ ਆਖਰੀ ਨਰਦ ਹੈ ਜਿਹੜੀ ਸੁਪਰੀਮ ਕੋਰਟ ਦੀ, ਉਹ ਵੀ ਇਸ ਦਾਅ 'ਤੇ ਲਾ ਦੀ ਵੀ ਲੋਕਾਂ ਨੂੰ ਕਿਵੇਂ ਇਹਨਾਂ ਸੰਘਰਸ਼ ਨੂੰ ਢਾਹ ਕਿਵੇਂ ਲਾਉਣੀ ਹੈ। ਨਾਲ ਇਹ ਲਿਜਾਣ ਵਾਸਤੇ ਗੱਲ ਵੀ ਇਹ ਤਾਂ ਵੀ ਵੇਖੋ ਜੀ ਸੁਪਰੀਮ ਕੋਰਟ ਦਾ ਵੀ ਫੈਸਲਾ ਨਹੀਂ ਮੰਨਦੇ। ਇਸ ਗੱਲ ਖਾਤਰ ਹਜੇ ਵੀ ਮੋਦੀ ਹਕੂਮਤ ਭਰਮ ਭੁਲੇਖੇ 'ਚ ਹੈ, ਕਿਉਂਕਿ ਕਿਸਾਨ ਜਥੇਬੰਦੀਆਂ ਦਾ ਤਾਂ ਕੋਈ ਇਹ ਹੈ ਹੀ ਨਹੀਂ ਸੀਗਾ, ਕੋਈ ਮੰਗ ਨਹੀਂ ਸੀ। ਨਾ ਕਿਸਾਨ ਜਥੇਬੰਦੀਆਂ ਆਪਦੇ ਤੌਰ 'ਤੇ ਗਈਆਂ ਸੁਪਰੀਮ ਕੋਰਟ ਦੇ ਵਿੱਚ,
ਉਹਨਾਂ ਨੇ ਆਪਦੀ ਖੇਡ ਬਣਾ ਕੇ ਆਪਦੀ ਗੱਲ ਕਰਕੇ ਇਹਦਾ ਵਿੱਚ ਵੀ ਸੁਪਰੀਮ ਕੋਰਟ ਵਾਲੇ ਮਾਮਲੇ ਨੂੰ ਵੀ ਇਹ ਲਾ ਕੇ ਅਸੀਂ ਸਮਝਦੇ ਹਾਂ ਵੀ ਇਹ ਮੋਦੀ ਹਕੂਮਤ ਦੀ ਬਹੁਤ ਵੱਡੀ ਕਮਜ਼ੋਰੀ ਹੈ। ਦੂਜੀ ਗੱਲ ਇਹ ਹੈਗੀ ਹੈ ਵੀ ਇਹ ਆਖਰੀ ਭਲਾ ਜੇ ਸੁਪਰੀਮ ਕੋਰਟ ਨੂੰ ਵੀ ਇਹਨਾਂ ਦੇ ਦਾਅ 'ਤੇ ਲਾਤਾ, ਜੇ ਲੋਕਾਂ ਦਾ ਵਿਸ਼ਵਾਸ ਸੁਪਰੀਮ ਕੋਰਟ ਤੋਂ ਵੀ ਚੱਕਿਆ ਗਿਆ ਭਲਾ ਇੱਥੋਂ ਇਨਸਾਫ ਦੇ ਮੰਦਰ ਜਿਨ੍ਹਾਂ 'ਤੇ ਲੋਕਾਂ ਦਾ ਮਾੜਾ ਮੋਟਾ ਵਿਸ਼ਵਾਸ ਵੱਜਿਆ ਫੇਰ ਕੀ ਬਣੂਗਾ। ਜਿੱਥੋਂ ਤੱਕ ਇਹ ਕਹਿੰਦੇ ਵੀ ਇੱਧਰ ਦੀ ਮਸਲਾ ਹੱਲ ਕਰ ਦਿਆਂਗੇ ਸੁਪਰੀਮ ਕੋਰਟ ਰਾਹੀਂ, ਉਹ ਲੋਕਾਂ ਨੂੰ ਪਹਿਲਾਂ ਕੋਈ ਝਾਕ ਨਹੀਂ ਉੱਧਰ ਦੀ ਸੁਪਰੀਮ ਕੋਰਟ ਰਾਹੀਂ। ਖਾਸ ਕਰਕੇ ਉਹਦੀ ਗੱਲ ਸਾਹਮਣੇ ਆ ਗਈ ਜਿਹੜੀ ਹੁਣ ਕਮੇਟੀ ਬਣਾਈ ਹੈ, ਉਹ ਕਮੇਟੀ ਦੇ ਵਿੱਚ ਨੁਮਾਇੰਦੇ ਕੌਣ ਲਏ ਆ ਇਹਨਾਂ ਨੇ। ਜਿਵੇਂ ਪਹਿਲਾਂ ਇਹ ਕਾਲੇ ਕਾਨੂੰਨ ਆਰਡੀਨੈਂਸ ਦੇ ਹਾਲਤ ਦੇ ਵਿੱਚ ਲਿਆਏ ਆ, ਜਿਨ੍ਹਾਂ ਵਾਸਤੇ ਲਿਆਂਦੇ ਉਹਨੇ ਤਾਂ ਫੈਸਲਾ ਵੀ ਨਹੀਂ ਲਈ। ਹੁਣ ਵੀ ਕਮੇਟੀ ਆਪੇ ਹੀ ਥੋਪਤੀ, ਸਰਕਾਰਾਂ ਨੇ ਆਪਦੇ ਹਿਸਾਬ ਨਾਲ ਹੀ ਕਮੇਟੀ ਥੋਪਤੀ। ਜਿਹੜੇ ਹੁਣ ਇਹਦੇ ਵਿੱਚ ਜਿਹੜੇ ਚਾਰੇ ਮੈਂਬਰ ਚੰਗੀ ਤਰ੍ਹਾਂ ਪਹਿਲਾਂ ਪਰਤਿਆਏ ਆ ਲੋਕਾਂ ਦੇ, ਉਹ ਜਿਹੜੇ ਇਹਨਾਂ ਕਾਲੇ ਕਾਨੂੰਨਾਂ ਦੇ ਜਿਹੜੇ ਲੋਕ ਲੜ ਰਹੇ ਆ ਨਾ ਕਾਨੂੰਨਾਂ ਦੇ ਖਿਲਾਫ, ਇਹ ਤਾਂ ਉਹਨਾਂ ਦੇ ਪੱਖੀ ਹੈ। ਇੱਥੋਂ ਤੱਕ ਕਿ ਜਿਹੜਾ ਭੁਪਿੰਦਰ ਮਾਨ ਹੈ ਉਹਦੇ ਬਾਰੇ ਅਸੀਂ ਚੰਗੀ ਤਰ੍ਹਾਂ ਜਾਣਦੇ ਹਾਂ, ਕਿਉਂਕਿ 1984 ਦੇ ਵਿੱਚ ਇਹ BKU ਦਾ ਪ੍ਰਧਾਨ ਹੁੰਦਾ ਸੀ। ਅਸੀਂ ਉਦੋਂ ਤੋਂ ਕੰਮ ਕਰਦੇ ਹਾਂ ਇਹਦੇ ਨਾਲ। ਇਹਨੇ ਸਭ ਤੋਂ ਪਹਿਲੀ ਸੱਟ 1985 ਦੇ ਵਿੱਚ ਮਾਰੀ ਸੀ, ਜਦੋਂ 1984 ਦੇ ਵਿੱਚ ਵੱਡਾ ਇਕੱਠ ਹੋਇਆ। ਪੰਜਾਬ ਦਾ ਗਵਰਨਰ ਸੀ BD ਪਾਂਡੇ, ਉਹਦਾ ਘਰਾਓ ਰਿਹਾ। ਐਡੀ ਚੜ੍ਹਤ ਦੇ ਉੱਤੇ ਕਿਸਾਨ ਲਹਿਰ ਸੀ ਉਦੋਂ। ਇਹਨੂੰ ਰਾਜ ਸਭਾ ਦਾ ਮੈਂਬਰ ਬਣਾਇਆ ਕਾਂਗਰਸ ਨੇ। ਰਾਜ ਸਭਾ ਦੇ ਮੈਂਬਰ ਦੀ ਕੁਰਸੀ ਲੈ ਕੇ ਇਹਨੇ ਘੋਲ ਨੂੰ ਉਦੋਂ ਢਾਹ ਲਾਈ ਹੈ। ਹੁਣ ਵੀ ਉਹੀ ਪੱਤੇ ਕੱਢ ਲਿਆ ਇਹ ਬਾਰੇ। ਉਦੋਂ ਕਿਸ ਤਰੀਕੇ ਨਾਲ ਢਾਹ ਲਾਈ ਸੀ ਤੇ ਹੁਣ ਦੁਬਾਰਾ ਤੋਂ ਕਿਸ ਤਰੀਕੇ ਨਾਲ ਤੁਹਾਨੂੰ ਲੱਗ ਰਿਹਾ ਕਿ ਢਾਹ ਲਾਉਣ ਦੀ ਇਹ ਕੋਸ਼ਿਸ਼ ਕਰ ਰਹੇ ਨੇ, ਲਾਈ ਜਾ ਰਹੀ? ਉਦੋਂ ਇਹ ਰਾਜ ਸਭਾ ਦਾ ਮੈਂਬਰ ਬਣ ਗਿਆ, ਆਪ ਤਾਂ MP ਬਣ ਗਿਆ, ਤੇ ਉਸ ਤੋਂ ਬਾਅਦ ਜਥੇਬੰਦੀ 'ਚ ਫੁੱਟ ਪੈ ਗਈ। ਕਿਉਂਕਿ ਜਥੇਬੰਦੀ ਦੋ ਲੈਣਾ ਲੈ ਕੇ ਚੱਲੀ ਸੀ ਵੀ ਜਿਹੜੀਆਂ ਇਹ ਜਥੇਬੰਦੀ ਆ ਇਹ ਕਿਸੇ ਵੀ ਸਿਆਸੀ ਪਾਰਟੀ ਦਾ ਦੁਮਸ਼ੱਲਾ ਨਹੀਂ ਬਣਦੀ, ਕਿਸੇ ਵੀ ਸਿਆਸੀ ਪਾਰਟੀ ਨਾਲ ਇਹਦਾ ਲਾਗਾ ਦੇਗਾ ਨਹੀਂ। ਤੇ ਇਹ ਸਿਆਸੀ ਪਾਰਟੀ ਵਾਲੀ ਲੈਣ ਲੈ ਕੇ ਜਾ ਕੇ MP ਬਣ ਗਿਆ। ਉਹਦੇ 'ਚ ਜਥੇਬੰਦੀ 'ਚ ਫੁੱਟ ਪੈ ਗਈ ਵੱਡੀ, ਬਹੁਤ ਨਿਰਾਸ਼ਤਾ ਆਈ ਆ ਉਦੋਂ ਜਥੇਬੰਦੀ ਦੇ ਵਿੱਚ। ਇਹ ਉਹ ਬੰਦਾ ਹੈ ਜਿਹਨੇ ਪਹਿਲੀ ਫੁੱਟ ਪਾਈ ਹੈ ਕਿਸਾਨਾਂ ਦੀ ਜਥੇਬੰਦੀ 'ਚ, ਜਿਹੜੀ ਨਰੋਲ ਕਿਸਾਨਾਂ ਦੀ ਜਥੇਬੰਦੀ 84 ਦੇ ਵਿੱਚ। ਅੱਜ ਗੁਣ ਗਾਉਂਦੇ ਆ ਲੋਕ ਵੀ ਜੇ 84 ਵਾਲੀ ਲਹਿਰ ਰਹਿ ਜਾਂਦੀ ਅੱਜ ਇੱਥੇ, ਆਹ ਦਿਨ ਸਾਨੂੰ ਦੇਖਣੇ ਨਾ ਪੈਂਦੇ। ਬਿਲਕੁਲ ਜੀ, ਕਿਉਂਕਿ ਅਗਰ ਦੇਖਿਆ ਜਾਵੇ ਪੰਜਾਬ ਦੇ ਵਿੱਚ ਹੀ ਤਾਂ ਕਿੰਨੀਆਂ ਜਥੇਬੰਦੀਆਂ ਨੇ, ਕਿੰਨੀਆਂ ਕਿਸਾਨ ਯੂਨੀਅਨਸ ਨੇ ਤੇ ਕਿੰਨੇ ਉਹਨਾਂ ਦੇ ਪ੍ਰਧਾਨ ਨੇ। ਤੇ ਹੁਣ ਦੂਸਰੇ ਪਾਸੇ ਅਗਰ ਗੱਲ ਕੀਤੀ ਜਾਵੇ 31 ਜਥੇਬੰਦੀਆਂ ਇੱਕ ਪਾਸੇ ਤੇ ਉਗਰਾਹਾਂ ਇੱਕ ਪਾਸੇ। ਜੇ ਭਾਰ ਦੋਨਾਂ ਦਾ ਤੋਲਿਆ ਜਾਵੇ ਤਾਂ ਗੁਰਾਹਾਂ ਦਾ ਭਾਰ ਕਿਤੇ ਜ਼ਿਆਦਾ ਨਜ਼ਰ ਆਉਂਦਾ ਉਹਨਾਂ 31 ਜਥੇਬੰਦੀਆਂ ਦੇ ਸਾਹਮਣੇ। ਤੇ ਇਹ ਗੱਲ ਸਰਕਾਰ ਵੀ ਬਹੁਤ ਚੰਗੀ ਤਰ੍ਹਾਂ ਜਾਣਦੀ ਹੈ। ਤੇ ਤਾਂ ਹੀ ਕਿਤੇ ਨਾ ਕਿਤੇ ਜੋਗਿੰਦਰ ਜੀ ਨੂੰ ਵੀ ਅਪਰੋਚ ਸਰਕਾਰ ਵੱਲੋਂ ਸਿੱਧੇ ਤੌਰ 'ਤੇ ਪਹਿਲਾਂ ਕੀਤੀ ਗਈ ਸੀ, ਜਿਸ ਦਾ ਉਹਨਾਂ ਨੇ ਬੜੀ ਬੇਬਾਕੀ ਦੇ ਨਾਲ ਮੀਡੀਆ ਦੇ ਸਾਹਮਣੇ ਆ ਕੇ ਜਵਾਬ ਵੀ ਦਿੱਤਾ ਕਿ ਅਸੀਂ ਨਾ ਤਾਂ ਵਿਕਣ ਵਾਲੇ ਹਾਂ, ਨਾ ਇਹਨਾਂ ਦੇ ਝਾਂਸੇ ਦੇ ਵਿੱਚ ਆਉਣ ਵਾਲੇ ਆ। ਪਰ ਇਹ ਗੱਲ ਬਹੁਤ ਸੰਗਤ ਜਾਣਨਾ ਚਾਹੁੰਦੀ ਹੈ, ਕਿਉਂਕਿ ਤੁਹਾਡੇ ਵੱਲੋਂ ਦਿੱਤੀਆਂ ਗਈਆਂ ਸੇਵਾਵਾਂ, ਜੋ ਵੀ ਗਰੀਬ ਕਿਸਾਨ ਹੈ ਨੇ, ਲੋੜਵੰਦ ਕਿਸਾਨ ਹੈ ਨੇ, ਜਾਂ ਜਿਹਨਾਂ ਉੱਤੇ ਬਿਨਾਂ ਮਤਲਬ ਤੋਂ ਪੁਲਿਸ ਵੱਲੋਂ ਮੁਕੱਦਮੇ ਕੀਤੇ ਗਏ, ਦਰਜ ਕੀਤੇ ਗਏ, ਤੁਹਾਡੀਆਂ ਸੇਵਾਵਾਂ ਕਾਫੀ ਹੱਦ ਤੱਕ ਲੋਕਾਂ ਨੂੰ ਪਤਾ ਹੈ। ਉਹਨਾਂ ਨੂੰ ਪਤਾ ਹੈ ਸਿਰਫ ਜਿਹੜੇ ਤੁਹਾਡੇ ਨਾਲ ਜੁੜੇ ਹੋਏ ਨੇ। ਪਰ ਬਹੁਤ ਸਾਰੀ ਸੰਗਤ ਦੇਸ਼ਾਂ ਵਿਦੇਸ਼ਾਂ ਦੀ ਅਜਿਹੀ ਹੈ ਜਿਹੜੀ ਇਹ ਅਜੇ ਤੱਕ ਸੋਚਦੀ ਹੈ ਕਿ ਬਾਕੀ 31 ਜਥੇਬੰਦੀਆਂ ਤੋਂ ਉਗਰਾਹਾਂ ਕਿੱਦਾਂ ਅਲੱਗ ਹੈ ਤੇ ਕਿਉਂ ਅਲੱਗ ਹੈ, ਤੇ ਆਖਿਰ ਸਰਕਾਰ ਦੀ ਅੱਖ ਇਸ ਜਥੇਬੰਦੀ ਉੱਤੇ ਜ਼ਿਆਦਾ ਕਿਉਂ ਹੈ? ਦੇਖੋ, ਇੱਕ ਤਾਂ ਜਿੱਥੋਂ ਤੱਕ ਅਲੱਗ ਦਾ ਸਵਾਲ ਆ, ਅਸੀਂ ਬਿਲਕੁਲ ਅਲੱਗ ਨਹੀਂ। ਸਾਡੀ ਲੜਾਈ ਲੜਨ ਦਾ ਤਰੀਕਾਕਾਰ ਅੱਡ ਹੈ। ਸਿਰਫ ਲੜਾਈ ਅੱਡ ਲੜ ਰਹੇ ਹਾਂ ਅਸੀਂ, ਕੋਈ ਅਲੱਗ ਨਹੀਂ। ਇਸ ਮੁੱਦੇ 'ਤੇ ਸਾਰੀਆਂ ਜਥੇਬੰਦੀਆਂ ਸਾਂਝੀਆਂ, ਸਹਿਮਤ ਹੈ। ਸਾਰੀਆਂ ਜਥੇਬੰਦੀਆਂ ਨੇ ਇੱਕ ਦੋ ਟੁੱਕ ਕਿਹਾ ਹੋਇਆ ਸਰਕਾਰ ਨੂੰ ਵੀ ਇਸ ਮੁੱਦੇ 'ਤੇ ਸਾਰੇ ਸਾਂਝੇ ਅਸੀਂ, ਲੜਾਈ ਸਾਡੀ ਸਾਂਝੀ ਹੈ, ਕੋਈ ਅੱਡ ਨਹੀਂ। ਠੀਕ ਹੈ, ਲੜਾਈ ਦੇ ਢੰਗ ਤਰੀਕੇ ਅੱਡ ਹੈਗੇ, ਅਸੀਂ ਅੱਡ ਤਰੀਕੇ ਨਾਲ ਲੜ ਰਹੇ ਹਾਂ। ਕੋਈ ਵੱਖ ਵਾਲੀ ਕੋਈ ਗੱਲ ਨਹੀਂ ਇਹਦੇ 'ਚ, ਕੋਈ ਉਸ ਗੱਲ ਦਾ ਮਸਲਾ ਨਹੀਂ। ਸਾਰੇ ਇਕਜੁੱਟਤਾ ਦੇ ਨਾਲ ਲੜ ਰਹੇ ਹਾਂ। ਉਹ ਜੋ ਵੀ ਉੱਥੋਂ ਸਾਂਝਾ ਸੱਦਾ ਆਉਂਦਾ ਸਾਰੇ ਉਸੇ ਤਰ੍ਹਾਂ ਉਹਨੂੰ ਤਨ ਮਨ ਦੇ ਨਾਲ ਲਾਗੂ ਕਰਦੇ ਆ। ਆ ਜੇ ਹੁਣ ਕਹਿਣਾ ਹੋਵੇ ਜੇ ਸਾਨੂੰ ਇਹ ਜਿਹੜਾ ਸਾਂਝਾ ਸੰਯੁਕਤ ਮੋਰਚਾ ਬਣਿਆ ਹੋਇਆ 450 ਜਥੇਬੰਦੀ ਬਣੀ ਹੋਈ ਆ, ਸੱਦਾ ਉਹਦਾ ਹੈ ਤੇ ਸਭ ਤੋਂ ਵੱਧ ਤਨ ਮਨ ਦੇ ਨਾਲ ਅਸੀਂ ਲਾਗੂ ਕੀਤਾ BKU ਏਕਤਾ ਗੁਰਾਹਾਂ ਵੱਲੋਂ। ਭਲਾ ਜੇ ਅਸੀਂ ਵੱਖ ਹੁੰਦੇ ਇਸ ਇਸ ਜਥੇ ਨੂੰ ਲਾਗੂ ਕਿਉਂ ਕਰਦੇ, ਇਸ ਸੱਦੇ ਨੂੰ? ਇਸ ਕਰਕੇ ਕੋਈ ਵੱਖ ਵਾਲੀ ਕੋਈ ਗੱਲ ਨਹੀਂ। ਜਿੰਨੀਆਂ ਵੀ ਸੰਗਤਾਂ ਸੁਣ ਰਹੀਆਂ ਬੇਫਿਕਰ ਹੋ ਕੇ ਇਸ ਗੱਲ ਨੂੰ, ਬੇਝਿਜਕ ਹੋ ਕੇ, ਬੇਫਿਕਰ ਹੋ ਕੇ ਤਨ ਮਨ ਦੇ ਨਾਲ ਸਾਰੀਆਂ ਜਥੇਬੰਦੀਆਂ ਦਾ ਇਸ ਅੰਦੋਲਨ ਦਾ ਜੱਜ ਕੇ ਇਹ ਸਪੋਰਟ ਕਰਨ, ਜਿਵੇਂ ਵੀ ਕੋਈ ਕਰ ਸਕਦਾ। ਇਹ ਕੋਈ ਇਹੋ ਜਿਹੀ ਗੱਲ ਨਹੀਂ, ਕੋਈ ਜਥੇਬੰਦੀ ਵੱਖ ਨਹੀਂ, ਸਾਰੀਆਂ ਇਕਜੁੱਟ ਆ ਇਹਦੇ ਨਾਲ। ਸਿਰਫ ਜੇ ਫਰਕ ਆ ਇੰਨਾ ਕਿ ਅੱਜ ਘੋਲ ਦੀ ਲੋੜ ਕੀ ਕਹਿੰਦੀ ਹੈ, ਅੱਡ ਜਥੇਬੰਦੀਆਂ ਦੀ ਸਮਝਿਆ। ਸਾਨੂੰ ਲੱਗਿਆ ਅੱਜ ਵੀ ਘੋਲ ਦੀ ਲੋੜ ਐਂ ਕਹਿੰਦੀ ਵੀ ਐਂ ਵੱਧ ਉਭਾਰਿਆ ਜਾ ਸਕਦਾ। ਹੁਣ ਇਕੱਲੇ ਸਟੇਜ ਦੀ ਜੇ ਅੱਜ ਕਹਿਣਾ ਹੋਵੇ, ਅੱਜ ਸਟੇਜ ਵੱਖਰੀ ਸਾਡੀ ਇੱਥੇ ਹੈਗੀ ਹੈ।
ਇਦੋਂ ਪਹਿਲਾਂ ਸਾਡੀ ਜਥੇਬੰਦੀ ਦੀਆਂ ਇਕੱਲੀ ਦੀਆਂ ਵੀ 5 ਸਟੇਜਾਂ ਲੱਗਦੀਆਂ ਹੁੰਦੀਆਂ ਸੀ ਉੱਥੋਂ ਲੈ ਕੇ ਉੱਥੋਂ। ਜੇ ਕੋਈ ਸਟੇਜ ਵੱਖ ਲਾ ਲੈਣਾ, ਕੋਈ ਇਕੱਠ ਵੱਠਕ ਕਰਕੇ ਉਹਦੇ ਤੇ ਭਾਰ ਤਾਂ ਇੱਕੋ ਜਿਹਾ ਹੀ ਪਾਉਣਾ, ਸਰਕਾਰ ਤੇ ਦਾਬ ਤਾਂ ਇੱਕੋ ਜਿਹੀ ਪਾਉਣੀ ਹੈ, ਇਹਦੇ ਨਾਲ ਕੋਈ ਵੱਖ ਨਹੀਂ ਹੋ ਜਾਂਦਾ। ਇਹ ਤਾਂ ਸਮੇਂ ਦੀ ਲੋੜ ਮੁਤਾਬਕ ਜਥੇਬੰਦੀਆਂ ਕਰਦੀਆਂ ਹੀ ਰਹਿੰਦੀਆਂ, ਕੋਈ ਫਿਕਰਮੰਦੀ ਵਾਲੀ ਗੱਲ ਨਹੀਂ। ਉਹ ਜਿੱਥੋਂ ਤੱਕ ਸਰਕਾਰ ਦੀ ਨਜ਼ਰ ਦਾ ਸਵਾਲ ਹੈ, ਦੇਖੋ ਸਰਕਾਰਾਂ ਨੇ ਤਾਂ ਅੱਡੋ ਅੱਡੀ ਛਾਂਟਣਾ ਹੀ ਹੁੰਦਾ, ਇੱਕ ਦੂਜੇ ਤੇ ਦੋਸ਼ ਲਾ ਕੇ। ਜੇ ਠੀਕ ਆ ਤੁਸੀਂ ਮੰਨਿਆ, ਅਸੀਂ ਨਹੀਂ ਆਪਦੇ ਮੂੰਹ ਨਾਲ ਕਹਿੰਦੇ ਵੀ ਕੋਈ ਸਾਡੀ ਵੱਡੀ ਜਥੇਬੰਦੀ ਹੈ, ਠੀਕ ਆ ਸਾਡੇ ਨਾਲ 'ਚ 4 ਬੰਦੇ ਵੱਧ ਹੈ, ਇਹਦੇ ਨਾਲ ਕੋਈ ਬਾਹਲੇ ਵੱਡੇ ਨਹੀਂ ਅਸੀਂ ਹੋ ਗਏ। ਸਭ ਦਾ ਯੋਗਦਾਨ ਹੈ ਇਹਦੇ ਵਿੱਚ। ਜਿਹੜਾ ਕੋਈ ਛੋਟੀ ਜਥੇਬੰਦੀ ਹੈ, ਘੱਟ ਬੰਦੇ ਆ ਉਹਦੇ ਨਾਲ, ਉਹਦਾ ਵੀ ਓਡਾ ਹੀ ਯੋਗਦਾਨ ਹੈ। ਜੇ ਕੋਈ ਇਕੱਲਾ ਬੰਦਾ ਵੀ ਸਾਡੇ ਇਸ ਕਹਿੰਦਾ ਇਸ ਘੋਲ ਦੇ ਪੱਖ ਦੇ ਵਿੱਚ ਡੱਕਾ ਮਾਰਦਾ ਹੈ, ਡੱਕਾ ਸਿੱਟਦਾ ਹੈ, ਉਹਦਾ ਵੀ ਜਾਣੀ ਓਡਾ ਹੀ ਯੋਗਦਾਨ ਹੈ। ਜੇ ਕੋਈ ਸੱਥ 'ਚ ਬੈਠੇ ਸਾਡੇ ਬਜ਼ੁਰਗ ਹੈ, ਵਿਦੇਸ਼ਾਂ 'ਚ ਬੈਠੇ ਸਾਡੇ ਨੌਜਵਾਨ ਵੀਰ ਹੈ, ਵਿਦੇਸ਼ਾਂ 'ਚ ਬੈਠੇ ਸਾਡੇ ਸਰੋਤੇ ਹੈ, ਉਹ ਹਦਾ ਨਾਰਾ ਵੀ ਮਾਰੀ ਜਾਂਦੇ, ਇਹਨੂੰ ਚੰਗਾ ਕਹੀ ਜਾਂਦੇ ਆ, ਅਸੀਂ ਕਹਿੰਦੇ ਉਹਨਾਂ ਦਾ ਵੀ ਵੱਡਾ ਯੋਗਦਾਨ ਹੈ ਇਸ ਘੋਲ ਦੇ ਵਿੱਚ। ਐਸੀ ਕੋਈ ਗੱਲ ਨਹੀਂ ਹੁੰਦੀ ਕੋਈ ਵੱਖ ਹੋਣ ਵਾਲੀ। ਲੜਦੇ ਰਹਿੰਦੇ, ਅੱਡ ਅੱਡ ਥਾਵਾਂ 'ਤੇ ਲੜਦੇ ਆ। ਵਿਦੇਸ਼ਾਂ ਦੇ ਵਿੱਚ ਹੁਣ ਮੁਜ਼ਾਹਰੇ ਹੋ ਰਹੇ ਆ, ਜੇ ਉਹਨਾਂ ਨੂੰ ਐਂ ਕਹਦੇ ਕੋਈ ਵੀ ਉਹ ਤਾਂ ਵੱਖ ਆ, ਇੱਥੇ ਨਹੀਂ ਆ ਸਕਦੇ, ਨਹੀਂ ਆ ਸਕਦੇ, ਆਪਦੇ ਥਾਂ ਤੋਂ ਲੜ ਰਹੇ ਆ। ਪੰਜਾਬ ਦੇ ਵਿੱਚ ਅੱਡ ਮੋਰਚੇ ਚੱਲੀ ਜਾਂਦੇ ਆ, ਪੰਜਾਬ ਦੇ ਵਿੱਚ ਸਾਰੀਆਂ ਜਥੇਬੰਦੀਆਂ ਅੱਡ ਵੀ ਲੱਗੀਆਂ ਹੋਈਆਂ, ਕੋਈ ਇਹੋ ਜਿਹੀ ਗੱਲ ਨਹੀਂ। ਸਰਕਾਰ ਨੇ ਦੇਖੋ ਨਿਸ਼ਾਨਾ ਬਣਾਉਣਾ ਹੀ ਹੁੰਦਾ, ਅੱਡ ਅੱਡ ਯਤਨ ਕਰਨੇ ਹੁੰਦੇ ਆ। ਸਰਕਾਰਾਂ ਕਿਸੇ ਵੀ ਰੰਗ ਦੀਆਂ ਹੋਣ, ਉਹਨਾਂ ਨੇ ਘੋਲ ਨੂੰ ਠਿੱਬੀ ਲਾਉਣ ਖਾਤਰ ਘੋਲ ਨੂੰ ਪਾੜਿਆ ਕਿਵੇਂ ਜਾਵੇ, ਜਥੇਬੰਦੀਆਂ 'ਚ ਫੁੱਟ ਕਿਵੇਂ ਪਾਈ ਜਾਵੇ, ਬਥੇਰੇ ਯਤਨ ਕੀਤੇ ਉਹਨਾਂ ਨੇ। ਜਥੇਬੰਦੀਆਂ ਤੇ ਉਹਨਾਂ ਨੇ ਇਹ ਖਾਲਿਸਤਾਨੀ ਹੈ ਜੀ, ਇਹ ਨਕਸਲਾਈਟ ਹੈ ਜੀ, ਇਹ ਟੁਕੜੇ ਗੈਂਗ ਹੈ ਜੀ, ਇਹ ਪਾਕਿਸਤਾਨ ਦੇ ਏਜੰਟ ਹੈ ਜੀ, ਇਹ ਚੀਨ ਦੇ ਚੱਕੇ ਹੋਏ ਆ ਜੀ, ਇਹ ਵਿਰੋਧੀ ਧਿਰਾਂ ਦੇ ਚੱਕੇ ਹੋਏ ਆ ਜੀ, ਇਹ ਵਿਚੋਲ ਗਏ ਆ ਜੀ। ਭਲਾ ਕੀ ਨਹੀਂ ਕਿਹਾ। ਉਹਨਾਂ ਦੀਆਂ ਸਾਰੀਆਂ ਨਰਦਾਂ ਲੋਕਾਂ ਦੇ ਸਾਂਝੇ ਘੋਲ ਨੇ ਬਿਲਕੁਲ ਚਿੱਤ ਕਰਤੀਆਂ। ਤੇ ਹੁਣ ਵੀ ਜਿਹੜੀਆਂ ਆ ਚਾਲਾਂ, ਹੁਣ ਮੋਦੀ ਹੁਕੂਮਤਾਂ ਚਾਲਾਂ ਚੱਲਣ ਨੂੰ ਫਿਰਦੀ ਆ, ਇਹ ਚਾਲਾਂ ਨੂੰ ਵੀ ਲੋਕ ਆਪਦੇ ਸੰਘਰਸ਼ ਦੇ ਜ਼ੋਰ ਬਿਲਕੁਲ ਮਾਤ ਦੇਣਗੇ, ਲੋਕ ਜਿੱਤਣਗੇ। ਲੋਕ ਜਿੱਤਦੇ ਹੁੰਦੇ ਆ, ਇਤਿਹਾਸ ਗਵਾਹ ਹੈ। ਠੀਕ ਆ, ਲੋਕਾਂ ਤੇ ਜ਼ਬਰ ਹੁੰਦਾ, ਲੋਕ ਜ਼ਬਰ ਸਹਿੰਦੇ ਆ, ਇਹ ਸਾਡੇ ਪੱਕੇ ਇਤਿਹਾਸ ਪਏ ਆ। ਇਸ ਕਰਕੇ ਲੋਕ ਸਬਰ ਦੇ ਨਾਲ ਇਸ ਜ਼ਬਰ ਦਾ ਮੁਕਾਬਲਾ ਕਰ ਰਹੇ ਆ, ਤੇ ਸਬਰ ਦੇ ਨਾਲ ਸਾਡੇ ਗੁਰੂਆਂ ਪੀਰਾਂ ਦਾ ਵੀ ਪਿਛੋਕੜ ਪਿਆ। ਉਹਨਾਂ ਨੇ ਸਬਰ ਦੇ ਨਾਲ, ਜੇ ਸਾਡੇ ਪੰਜਵੇਂ ਪਾਤਸ਼ਾਹ ਦੀ ਉਦਾਹਰਨ ਦੇ ਲਓ, ਤੱਤੀ ਤੇ ਵੀ ਤੇ ਬਹਿ ਗਏ, ਸਬਰ ਤੋਂ ਕੰਮ ਲਿਆ, ਕੋਈ ਗੱਲ ਨਹੀਂ। ਸਾਡੇ 9ਵੇਂ ਪਾਤਸ਼ਾਹ ਜਿਹੜੀ ਇੱਥੇ ਬੈਠੇ ਆ ਚਾਂਦਨੀ ਚੌਂਕ ਦੇ ਨੇੜੇ, ਉਹ ਇਸੇ ਰਾਹੀ ਆਏ ਆ, ਜਿਹੜੇ ਰਾਹੇ ਸਾਡੇ ਕਾਫਲੇ ਆਏ ਆ। ਉਸੇ ਸਬਰ ਦੇ ਨਾਲ ਅਸੀਂ ਮੁਕਾਬਲਾ ਕਰ ਰਹੇ ਹਾਂ। ਜੇ ਉਹਨਾਂ ਔਰੰਗਿਆਂ ਨੂੰ ਆਏ ਸਾਡੇ ਰਹਿਬਰਾਂ ਨੇ ਆਏ ਹਰਾਤਾ, ਤੇ ਮੋਦੀ ਕਿਹੜੇ ਬਾਗ ਦੀ ਮੁੜੀਆ, ਇਹਨੂੰ ਵੀ ਲੋਕ ਹਰਾਉਣਗੇ। ਬਿਲਕੁਲ ਜੀ, ਅਸੀਂ ਸਬਰ, ਸੰਤੋਖ ਤੇ ਸਿਦਕ ਦੇ ਨਾਲ ਬੇਸ਼ੱਕ ਬੈਠੇ ਹਾਂ, ਪਰ ਅਗਰ ਪੰਜਾਬ ਦੀ ਗੱਲ ਕੀਤੀ ਜਾਵੇ, ਜਦੋਂ ਇਹ ਸੰਘਰਸ਼ ਸ਼ੁਰੂ ਹੋਇਆ ਤਾਂ ਕੁਝ ਨੌਜਵਾਨ ਅਜਿਹੇ ਸਨ, ਬੇਸ਼ੱਕ ਗੱਲ ਲੱਖਾ ਸਧਾਣਾ ਦੀ ਹੋਵੇ, ਦੀਪ ਸਿੱਧੂ ਦੀ ਹੋਵੇ, ਜਾਂ ਸੁਖਪ੍ਰੀਤ ਸਿੰਘ ਉਦੂਕੇ ਵਰਗੇ ਪੜ੍ਹੇ ਲਿਖੇ ਵਿਦਵਾਨ ਹੋਣ, ਉਹਨਾਂ ਨੇ ਵੀ ਬਹੁਤ ਵੱਡੀ ਘਾਲਣਾ ਕੀਤੀ ਨੌਜਵਾਨਾਂ ਨੂੰ ਉਤਸ਼ਾਹਿਤ ਕਰਨ ਵਾਸਤੇ, ਨੌਜਵਾਨਾਂ ਨੂੰ ਇਸ ਚੀਜ਼ ਤੋਂ ਜਾਣੂ ਕਰਵਾਉਣ ਵਾਸਤੇ ਕਿ ਉਹ ਨਸ਼ੇੜੀ ਨਹੀਂ ਨੇ, ਉਹਨਾਂ ਦੀ ਆਪਣੀ ਪਛਾਣ ਕੀ ਹੈ, ਉਹਨਾਂ ਦੀ ਆਪਣੀ ਹੋਂਦ ਕੀ ਹੈ। ਪਰ ਜਦੋਂ ਬੈਰੀਅਰ ਤੋੜ ਕੇ ਦਿੱਲੀ ਦੀ ਹਿੱਕ ਤੇ ਆ ਕੇ ਅਸੀਂ ਬਹਿ ਗਏ, ਤਾਂ ਕਿਤੇ ਨਾ ਕਿਤੇ ਉਹਨਾਂ ਨੌਜਵਾਨਾਂ ਨੂੰ ਪਿੱਛੇ ਕਰ ਦਿੱਤਾ ਗਿਆ। ਦੀਪ ਸਿੱਧੂ ਨੂੰ ਤਾਂ ਮੰਚ ਤੇ ਚੜ੍ਹਨ ਹੀ ਨਹੀਂ ਦਿੱਤਾ ਗਿਆ, ਕਿਸਾਨ ਜਥੇਬੰਦੀਆਂ ਵੱਲੋਂ ਹੀ ਕਹਿ ਦਿੱਤਾ ਗਿਆ ਕਿ ਉਸ ਨੂੰ ਮੰਚ ਤੇ ਜਗ੍ਹਾ ਨਹੀਂ ਦਿੱਤੀ ਜਾਊਗੀ। ਅੱਜ 2-4 ਦਿਨ ਪਹਿਲਾਂ ਉਹਨਾਂ ਨੇ ਇੱਕ ਆਈ ਥਿੰਕ ਲੈਟਰ ਵੀ ਭੇਜਿਆ ਸੀ ਕਿਸਾਨ ਜਥੇਬੰਦੀਆਂ ਦੇ ਸਾਰੇ ਆਗੂਆਂ ਨੂੰ ਕਿ ਅਗਰ ਸਰਕਾਰ ਨਹੀਂ ਮੰਨਦੀ, ਰੱਦ ਨਹੀਂ ਕਰ ਰਹੀ, ਤਾਂ ਵੀ ਸਾਡੇ ਕੋਲ ਹੱਲ ਹੈ ਕਿ ਕਿਸ ਤਰੀਕੇ ਨਾਲ ਇਹ ਕਰ ਲੇਗੀ। ਬੇਸ਼ੱਕ ਆਗੂ ਬਹੁਤ ਸੀਨੀਅਰ ਨੇ, ਉਹਨਾਂ ਨੂੰ ਬਹੁਤ ਗਿਆਨ ਹੈ, ਬਹੁਤ ਉਹ ਮੱਥਾ ਪਹਿਲਾਂ ਲਾ ਚੁੱਕੇ ਨੇ ਸਰਕਾਰਾਂ ਨਾਲ, ਪਰ ਅਗਰ ਸਾਡੇ ਪੜ੍ਹੇ ਲਿਖੇ ਸੂਝਵਾਨ ਨੌਜਵਾਨ ਸਾਨੂੰ ਕੋਈ ਸਲਾਹ ਦੇਣਾ ਚਾਹੁੰਦੇ ਨੇ, ਤੁਹਾਨੂੰ ਕੀ ਲੱਗਦਾ ਸਾਨੂੰ ਨਹੀਂ ਲੈਣੀ ਚਾਹੀਦੀ? ਬਿਲਕੁਲ ਲੈਣੀ ਚਾਹੀਦੀ ਹੈ ਨੌਜਵਾਨਾਂ ਨੂੰ। ਅਸੀਂ ਤਾਂ ਨੌਜਵਾਨਾਂ ਨੂੰ ਤਰਸਦੇ ਰਹੇ ਹੁਣ ਤੱਕ, ਸਾਡੀਆਂ ਉਮਰਾਂ ਲੰਘ ਗਈਆਂ, ਇਸ ਲਹਿਰ ਦੇ ਲੇਖੇ ਲਾਈਆਂ, ਛੋਟੇ ਅਸੀਂ ਸਾਡੀ 35-36 ਸਾਲ ਮੈਨੂੰ ਇਸ ਲਹਿਰ ਦੇ ਵਿੱਚ ਹੋ ਗਿਆ। ਮੈਂ 83 ਦਾ ਸਰਗਰਮ ਹੈ ਕਿਸਾਨ ਲਹਿਰ ਦੇ ਵਿੱਚ। ਨੌਜਵਾਨ ਆਏ ਆ, ਜੀ ਆਇਆਂ ਨੂੰ ਕਹਿੰਦੇ। ਅਸੀਂ ਨੌਜਵਾਨਾਂ 'ਚ ਬਹੁਤ ਜਜ਼ਬਾ ਹੈ, ਨੌਜਵਾਨ ਹੀ ਲਹਿਰ ਦਾ ਅੰਗ ਬਣ ਕੇ ਲਹਿਰ ਨੂੰ ਜਿੱਤ ਵੱਲ ਨੌਜਵਾਨ ਹੀ ਲੈ ਕੇ ਜਾਂਦੇ ਹੁੰਦੇ ਆ। ਨੌਜਵਾਨਾਂ ਦੀ ਲੋੜ ਅੱਜ ਬਹੁਤ ਵੱਡੀ ਗਿਣਤੀ 'ਚ ਆਏ ਹੋਏ ਆ, ਪਰ ਅਸੀਂ ਨੌਜਵਾਨਾਂ ਨੂੰ ਕਹਿੰਦੇ ਆ ਕਿਉਂਕਿ ਤੱਤਾ ਖੂਨ ਹੁੰਦਾ ਥੋੜ੍ਹਾ ਜਿਹਾ, ਜਿੱਥੇ ਜੋਸ਼ ਵੱਧ ਹੁੰਦਾ ਨੌਜਵਾਨਾਂ ਦਾ। ਅਸੀਂ ਇਹ ਜਿਹੜੀ ਸਿਆਣੀ ਲੀਡਰਸ਼ਿਪ ਆ ਉਹਨਾਂ ਨੂੰ ਕਹਿੰਦੇ ਆ ਵੀ ਜੋਸ਼ ਦੇ ਉੱਤੋਂ ਦੀ, ਜੇ ਹੋਸ਼ ਦੇ ਉੱਤੋਂ ਦੀ ਜੋਸ਼ ਪੈ ਜੇ, ਫਿਰ ਉਹ ਖਤਰੇ ਭਰਿਆ ਕੰਮ ਹੋ ਜਾਂਦਾ। ਜੇ ਹੋਸ਼ ਤੇ ਜੋਸ਼ ਬਰਾਬਰ ਚੱਲਣ, ਫਿਰ ਹਰ ਘੋਲ ਨੂੰ ਜਿੱਤਿਆ ਜਾ ਸਕਦਾ। ਅਸੀਂ ਸਿਰਫ ਨੌਜਵਾਨਾਂ ਨੂੰ ਇਹੀ ਸੱਦਾ ਦਿੰਦੇ ਰਹਿੰਦੇ ਹਾਂ ਵੀ ਪੁੱਤਰੋ, ਹੋਸ਼ ਰੱਖ ਕੇ ਚੱਲੋ, ਜੋਸ਼ ਨੂੰ ਕਾਇਮ ਰੱਖੋ, ਜੋਸ਼ ਨੂੰ ਹੋਸ਼ ਦੇ ਉੱਤੋਂ ਦੀ ਨਾ ਪੈਣ ਦਿਓ। ਜੀ ਆਉਂਦਿਆਂ ਨੂੰ, ਜੀ ਉਹਨਾਂ ਦੇ ਜਿੰਨੇ ਹੈਗੇ ਅਸੀਂ ਉਹਨਾਂ ਨੂੰ ਪੱਲੇ ਬੰਨ੍ਹਦੇ ਹਾਂ, ਸੁਝਾਅ ਆਉਂਦੇ ਆ ਉਹਨਾਂ ਦੇ, ਐਸੀ ਕੋਈ ਗੱਲ ਨਹੀਂ। ਜੀ, ਤੁਸੀਂ ਦੀਪ ਸਿੱਧੂ ਨੂੰ ਸੁਣਿਆ ਹੋਵੇਗਾ, ਉਹਨਾਂ ਦੀਆਂ ਸਪੀਚਸ ਵੀ ਸੁਣੀਆਂ ਹੋਣਗੀਆਂ। ਤੁਹਾਨੂੰ ਕੀ ਲੱਗਦਾ ਹੈ ਕਿ ਕਿਉਂਕਿ ਉਹਨੂੰ ਹਾਲੇ ਤੱਕ ਬਾਹਰ ਦੀ ਜਿੰਨੀ ਸੰਗਤ ਉਹਨੂੰ ਦੇਖਦੀ ਹੈ, ਜਿਹਨਾਂ ਨੇ ਸੁਣਿਆ ਹੈ ਉਸ ਨੂੰ, ਤੇ ਕਿਉਂਕਿ ਉਹ ਬੜੀ ਸਹਿਜਤਾ ਦੇ ਨਾਲ ਹਰ ਸਵਾਲ ਦਾ ਜਵਾਬ ਦਿੰਦਾ, ਜਿੱਦਾਂ ਕਿ ਬਰਖਾ ਦੱਤ ਨੇ ਉਹਦੇ ਮੂੰਹ ਦੇ ਵਿੱਚ ਬਾਰ-ਬਾਰ ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲਿਆਂ ਦਾ ਨਾਮ ਪਾਉਣ ਦੀ ਕੋਸ਼ਿਸ਼ ਕੀਤੀ ਆ ਕਿ ਉਹ ਇੱਕ ਵਾਰ ਮੁੰਡਾ ਇਹ ਗੱਲ ਕਹਿ ਦੇਵੇ ਕਿ ਹਾਂ ਉਹ ਅੱਤਵਾਦੀ ਸੀ,
ਮਤਲਬ ਇਹ ਚੱਲਣਾ ਗੋਦੀ ਮੀਡੀਆ ਬਹੁਤ ਚਿਰ ਤੋਂ ਚੱਲ ਰਿਹਾ ਹੈ ਕਿ ਸਾਡੇ ਸੁਹਿਰਦ ਨੌਜਵਾਨ ਜਿਹੜੇ ਹੈ ਨੇ ਉਹ ਕਿਸੇ ਤਰ੍ਹਾਂ ਕੋਈ ਅਜਿਹੀ ਬਿਆਨਬਾਜ਼ੀ ਦੇਣ ਜਿੰਨਾ ਕੰਟਰੋਵਰਸੀ ਕ੍ਰੀਏਟ ਹੋਵੇ, ਪਰ ਉਸ ਨੌਜਵਾਨ ਨੇ ਸ਼ੰਭੂ ਮੋਰਚੇ ਤੋਂ ਲੈ ਕੇ ਦਿੱਲੀ ਤੱਕ ਅੱਜ ਤੱਕ ਕਦੇ ਵੀ ਕਿਸੇ ਕਿਸਾਨ ਜਥੇਬੰਦੀ ਦੇ ਆਗੂ ਤੇ ਉਂਗਲ ਨਹੀਂ ਚੱਕੀ। ਹਮੇਸ਼ਾ ਸਹਿਜਤਾ ਦੇ ਨਾਲ, ਨਿਮਰਤਾ ਦੇ ਨਾਲ ਉਹ ਰਿਹਾ ਹੈ ਤੇ ਹੁਣ ਵੀ ਉਹਨੇ ਬੜੀ ਨਿਮਰਤਾ ਦੇ ਨਾਲ ਬੇਨਤੀ ਕੀਤੀ ਹੈ ਕਿ ਅਗਰ ਕਿਸਾਨ ਜਥੇਬੰਦੀਆਂ ਚਾਹਣ, ਅਗਰ ਇੱਕ ਮੌਕਾ ਦੇਣ ਤਾਂ ਮੈਂ ਆ ਕੇ ਆਪਣੀ ਗੱਲ ਉਹਨਾਂ ਨਾਲ ਸਾਂਝੀ ਕਰਨੀ ਚਾਹੁੰਦਾ ਆ। ਫਿਰ ਤੁਸੀਂ, ਮੈਂ ਪਹਿਲਾਂ ਤਾਂ ਤੁਹਾਡੇ ਤੋਂ ਹੀ ਜਾਣਨਾ ਚਾਹਾਂਗਾ, ਤੁਸੀਂ ਪਰਸਨਲੀ ਕਦੀ ਮਿਲੇ ਹੋ, ਤੁਸੀਂ ਗੱਲ ਕੀਤੀ ਹੈ ਦੀਪ ਦੇ ਨਾਲ? ਨਹੀਂ, ਸਾਡੇ ਨਾਲ ਸਿੱਧੀ ਗੱਲ ਕੋਈ ਨਹੀਂ ਹੋਈ। ਤੇ ਅਗਰ ਦੀਪ ਤੁਹਾਡੇ ਨਾਲ ਸੰਪਰਕ ਕਰਦੇ ਆ, ਤੁਹਾਡੇ ਮੰਚ ਦੇ ਉੱਤੇ ਆਉਂਦੇ ਨੇ, ਤੁਹਾਡੇ ਵੱਲੋਂ ਕੀ ਰਿਐਕਸ਼ਨ ਹੋਏਗਾ? ਦੇਖੋ, ਜਦੋਂ ਕੋਈ ਉਹਦੀ ਗੱਲ ਆਊਗੀ ਉਦੋਂ ਉਹਨੂੰ ਵਿਚਾਰਿਆ ਜਾ ਸਕਦਾ, ਪਰ ਜੋ ਪਿਛੋਕੜ ਆ ਨਾ ਸ਼ੰਭੂ ਜਿਹੜਾ ਬਾਰਡਰ ਸੀਗਾ ਉਹਦਾ, ਜੀ ਪਹਿਲਾਂ ਉਹਨੇ ਵੱਖ ਤੌਰ ਤੇ ਲਾਇਆ। ਜਦੋਂ ਅਸੀਂ ਗੱਲਾਂ ਸੁਣਦੇ ਰਹੇ ਹਾਂ, ਜਦੋਂ ਦਾ ਘੋਲ ਚੱਲਿਆ, ਉਹਨੇ ਉਹਨਾਂ ਬੇੜਿਆਂ ਦੇ ਵਿੱਚ, ਇਸ ਘੋਲ ਦੇ ਵਿੱਚ ਹੋਰ ਮੁੱਦੇ ਜਿਹੜੇ ਘੁਸੇੜਨੇ ਚਾਹੇ ਆ, ਜਿਹਦਾ ਕਰਕੇ ਉਹਦੀ ਦੂਰੀ ਬਣੀ ਹੈ ਇਸ ਘੋਲ ਨਾਲੋਂ। ਕਿਉਂਕਿ ਉਹ ਕਹਿੰਦਾ ਸੀ ਉੱਥੇ ਪਾਣੀਆਂ ਦਾ ਮੁੱਦਾ ਚੱਕੋ ਜੀ, ਇੱਥੇ ਪੰਜਾਬੀ ਬੋਲੀ ਦਾ ਮੁੱਦਾ ਚੱਕੋ ਜੀ, ਇੱਥੇ ਦੂਜੀਆਂ ਪੰਜਾਬ ਦੀਆਂ ਮੰਗਾਂ ਚੱਕੋ ਜੀ। ਇਹ ਸਾਰੀਆਂ ਉਹ ਗੱਲਾਂ ਦੇ, ਕਿਉਂਕਿ ਅਸੀਂ ਕਿਸਾਨ ਜਥੇਬੰਦੀਆਂ ਨੇ ਇਹ ਜ਼ਰੂਰ ਮਹਿਸੂਸ ਕੀਤਾ ਹੈ ਵੀ ਜੇ ਅੱਜ ਜਿਹੜੀਆਂ ਮੰਗਾਂ ਤੇ ਘੋਲ ਚੱਲ ਰਿਹਾ, ਜੇ ਕੋਈ ਉਦੋਂ ਵੱਖਰੀਆਂ ਮੰਗਾਂ ਇਸ ਘੋਲ ਦੀਆਂ ਬਣਾਉਣਾ ਚਾਹੁੰਦਾ, ਇਹਦਾ ਮਤਲਬ ਇਹ ਬਣ ਜਾਂਦਾ ਵੀ ਦੂਜੀਆਂ ਮੰਗਾਂ ਜਿਹੜੀਆਂ ਉਹ ਪਤਲੀਆਂ ਪੈਂਦੀਆਂ ਤੇ ਘੋਲ ਦਾ ਨੁਕਸਾਨ ਹੁੰਦਾ। ਇਸ ਕਰਕੇ ਜੇ ਇੱਕੋ ਨਿਸ਼ਾਨੇ ਤੇ, ਇੱਕੋ ਗੱਲ ਤੇ ਜੇ ਕੋਈ ਵੀ ਸੰਸਥਾ ਲੜ ਸਕਦੀ ਹੈ, ਅੱਡ ਵੀ ਲੜ ਰਿਹਾ, ਅੱਡ ਲੜ ਰਵੇ ਸਕਾਂ, ਵਧੀਆ ਗੱਲ। ਅਸੀਂ ਸਾਰੇ ਲੜਨ ਆਪਦੇ ਤੌਰ ਤੇ, ਆਪਦੇ ਮੰਚ ਤੋਂ ਲੜੇ ਸਕਾਂ। ਦੀਪ ਸਿੱਧੂ ਵਧੀਆ ਗੱਲ ਹੈ, ਉਹ ਵਧੀਆ ਉਹਦਾ ਨਾਂ ਗਿਆ ਵਾ, ਸਾਰੀ ਗੱਲ ਹੈ। ਇਹ ਜ਼ਰੂਰੀ ਆਏ ਕਿਉਂ ਹੈ ਵੀ ਇੱਥੇ ਕਿਸਾਨ ਜਥੇਬੰਦੀਆਂ ਦੇ ਸਟੇਜਾਂ ਤੇ ਆ ਕੇ ਦੀਪ ਸਿੱਧੂ ਦਾ ਵੱਡਾ ਯੋਗਦਾਨ ਪੈ ਸਕਦਾ, ਅੱਡ ਵੀ ਪਾਇਆ ਜਾ ਸਕਦਾ। ਵੇਖੋ ਅੱਡ ਵੱਖ-ਵੱਖ ਤਰ੍ਹਾਂ ਦੇ ਕਿੰਨੇ ਲੋਕ ਲੜ ਰਹੇ ਆ, ਉਹ ਲੜਨ ਇਸ ਮੰਚ ਤੇ ਇਕੱਠੇ ਹੋ ਕੇ ਇੱਕ ਤਾਂ ਸਾਰਿਆਂ ਦਾ ਸਾਂਝਾ ਵਜਨ ਪਵੇ। ਉਹ ਪਰ ਨੌਜਵਾਨਾਂ ਨੂੰ ਇਹੀ ਹੁੰਦਾ ਕਿ ਹਮੇਸ਼ਾ ਬਾਪੂਆਂ ਦਾ ਹੱਥ ਸਾਡੇ ਸਿਰ ਤੇ ਰਹੇ, ਤੇ ਕਿਉਂਕਿ ਸਾਨੂੰ ਦਿਸ਼ਾ ਨਿਰਦੇਸ਼ ਦੇਣ ਵਾਲੇ ਤੁਸੀਂ ਹੋ, ਸਮਝਾਉਣ ਵਾਲੇ ਤੁਸੀਂ ਹੋ। ਤੁਸੀਂ ਆਪ ਹੀ ਥੋੜ੍ਹੀ ਦੇਰ ਪਹਿਲਾਂ ਕਿਹਾ ਕਿ ਜੋਸ਼ ਤੇ ਹੋਸ਼, ਹੁਣ ਜੋਸ਼ ਅਗਰ ਨੌਜਵਾਨਾਂ 'ਚ ਤੇ ਹੋਸ਼ ਨਾਲ ਕੰਮ ਸਾਡੇ ਸਿਆਣਿਆਂ ਨੇ ਲੈਣਾ, ਸਾਡੇ ਬਜ਼ੁਰਗਾਂ ਨੇ ਲੈਣਾ ਹੈ। ਤੇ ਮੈਂ ਉੱਥੇ ਕਹਾਂਗਾ, ਤੁਸੀਂ ਕਿਹਾ ਕਿ ਅਲੱਗ ਮੰਚ ਵੀ ਇਹ ਲਗਾ ਸਕਦੇ ਨੇ, ਉਹ ਉਹਨਾਂ ਨੇ ਅਗਰ ਉੱਥੇ ਮੰਚ ਲਗਾਇਆ ਸੀ, ਕਿਉਂਕਿ ਮੇਰੀ ਪਰਸਨਲੀ ਗੱਲ ਹੋਈ ਤੇ ਦੀਪ ਦੇ ਨਾਲ ਵੀ ਹੋਈ ਹੈ ਤੇ ਲੱਖਾ ਦੇ ਗਰੁੱਪ ਦੇ ਨਾਲ ਵੀ ਹੋਈ ਹੈ, ਲਗਾਉਣ ਨੂੰ ਲਗਾ ਸਕਦੇ ਨੇ। ਪਰ ਅਸੀਂ ਮਤਲਬ ਜੋ ਇੱਕ ਨੌਜਵਾਨਾਂ ਦੀ ਸੋਚ ਹੈ, ਉਹਨਾਂ ਦੀ ਹਜੇ ਵੀ ਇਹ ਹੈ ਕਿ ਅਗਰ ਕੇਂਦਰ ਨਾਲ ਮੱਥਾ ਲੱਗਿਆ ਤੇ ਅਸੀਂ ਆਪ ਸਿਰ ਜੋੜ ਕੇ ਮੱਥਾ ਲਾਈਏ। ਅਸੀਂ ਅਲੱਗ-ਅਲੱਗ ਮੰਚਾਂ ਦੇ ਉੱਤੇ ਬੇਸ਼ੱਕ ਬੈਠੇ ਹੋਈਏ, ਪਰ ਜਦੋਂ ਕੇਂਦਰ ਦੇ ਨਾਲ ਗੱਲ ਕਰਨੀ ਹੈ ਉਦੋਂ ਅਸੀਂ ਇਕਜੁੱਟ ਹੋ ਕੇ ਕੇਂਦਰ ਦੇ ਨਾਲ ਮੱਥਾ ਲਾਈਏ। ਤੇ ਮੈਂ ਇਹ ਗੱਲਾਂ ਸਿਰਫ ਤਾਂ ਹੀ ਕਹਿ ਰਿਹਾ ਕਿਉਂਕਿ ਵਿਦੇਸ਼ਾਂ ਦੇ ਵਿੱਚੋਂ ਜਿੰਨੇ ਵੀ NRIs ਕਾਲ ਕਰਦੇ ਨੇ, ਜਿੰਨੇ ਵੀ ਦੇਸ਼ਾਂ ਵਿਦੇਸ਼ਾਂ ਦੀ ਸੰਗਤ ਫੋਨ ਕਰਦੀ ਹੈ, ਉਹ ਹਮੇਸ਼ਾ ਇਹੀ ਕਹਿੰਦੇ ਨੇ ਵੀ ਇਹਨਾਂ ਨੌਜਵਾਨਾਂ ਨੂੰ ਮੌਕਾ ਦੇਣਾ ਚਾਹੀਦਾ ਹੈ, ਕਿਸਾਨ ਜਥੇਬੰਦੀਆਂ ਨੂੰ, ਤੇ ਉਹਨਾਂ ਦੀ ਗੱਲ ਜ਼ਰੂਰ ਸੁਣਨੀ ਚਾਹੀਦੀ ਹੈ। ਲੱਖਾ ਸਿਧਾਣਾ ਵੀ ਆਪਣੀ ਗੱਲ ਬੇਬਾਕੀ ਦੇ ਨਾਲ ਰੱਖਦੇ ਨੇ, ਦੀਪ ਵੀ ਰੱਖਦੇ ਨੇ, ਹੋਰ ਬਹੁਤ ਸਾਰੇ ਨੌਜਵਾਨ ਨੇ ਜਿਹੜੇ ਸੁਹਿਰਦ ਨੇ ਜੋ ਆਪਣੀ ਗੱਲ ਰੱਖਦੇ ਨੇ। ਕਿਉਂਕਿ ਇਹ ਜੋ ਮੋਰਚੇ ਲੱਗੇ ਹੋਏ ਨੇ, ਸਾਡੀਆਂ ਭੈਣਾਂ, ਸਾਡੀਆਂ ਬੀਬੀਆਂ, ਸਾਡੇ ਬਾਪੂ, ਸਾਡੇ ਵੀਰ ਬੈਠੇ ਹੋਏ ਨੇ, ਇਹ ਐਵੇਂ ਨਹੀਂ ਲੱਗੇ, ਉਸ ਪਰਮਾਤਮਾ ਵੱਲੋਂ ਇੱਕ ਕਲਾ ਵਰਤੀ ਹੈ। ਉਹ ਪੰਜਾਬ ਜਿਸ ਨੂੰ ਨਸ਼ੇੜੀ ਕਹਿ ਕੇ ਬਦਨਾਮ ਕਰ ਦਿੱਤਾ ਗਿਆ ਸੀ, ਉਸੇ ਦੀ ਨੌਜਵਾਨੀ ਅੱਜ ਦਿੱਲੀ ਦੀ ਹਿੱਕ ਰੋਕੀ ਬੈਠੀ ਹੈ। ਇਤਿਹਾਸ ਲਿਖਿਆ ਜਾ ਰਿਹਾ ਹੈ ਤੇ ਆਹ ਬਜ਼ੁਰਗ ਜਿਹੜੇ ਅਗਵਾਈ ਕਰ ਰਹੇ ਨੇ ਇਹਨਾਂ ਮੋਰਚਿਆਂ ਦੀ, ਇਹਨਾਂ ਦਾ ਨਾਮ ਸੁਨਹਿਰੀ ਅੱਖਰਾਂ ਵਿੱਚ ਲਿਖਿਆ ਜਾਵੇਗਾ। ਤੁਸੀਂ ਜਿਹੜੇ ਹਾਜ਼ਰੀਆਂ ਭਰ ਰਹੇ ਹੋ, ਤੁਹਾਡਾ ਨਾਮ ਸੁਨਹਿਰੀ ਅੱਖਰਾਂ ਵਿੱਚ ਲਿਖਿਆ ਜਾਵੇਗਾ। ਅੱਜ ਤੋਂ 15-20 ਸਾਲਾਂ ਬਾਅਦ 2020 ਤੇ 21 ਦਾ ਇਤਿਹਾਸ ਜਦੋਂ ਬੱਚੇ ਕਿਤਾਬਾਂ 'ਚ ਪੜ੍ਹਨਗੇ, ਉਦੋਂ ਤੁਹਾਨੂੰ ਵੀ ਮਾਣ ਹੋਏਗਾ ਕਿ ਸਾਡੇ ਪਰਿਵਾਰ ਨੇ ਵੀ ਹਾਜ਼ਰੀਆਂ ਭਰੀਆਂ ਸੀ ਉਸ ਵੇਲੇ ਦੇ ਮੋਰਚਿਆਂ ਦੇ ਵਿੱਚ, ਜਦੋਂ ਦਿੱਲੀ ਸਿੱਖ ਕੌਮ ਨੇ 19ਵੀਂ ਵਾਰ ਘੇਰੀ ਸੀ। ਖੈਰ, ਇਹਨਾਂ ਮਸਲਿਆਂ ਦੇ ਵਿੱਚ ਨਾ ਜਾ ਕੇ ਅਸੀਂ ਜਿਸ ਮਕਸਦ ਦੇ ਹਾਂ, ਅਸੀਂ ਕੇਂਦਰ ਨਾਲ ਮੱਥਾ ਲਾਇਆ, ਕੇਂਦਰ ਨਾਲ ਅਸੀਂ ਜਿੱਤਣਾ ਆ, ਹਰਾ ਚੁੱਕੇ ਹਾਂ, ਗੋਡੇ ਲਵਾ ਚੁੱਕੇ ਹਾਂ, ਕੇਂਦਰ ਸਿਰ ਝੁਕਾਉਣ ਨੂੰ ਤਿਆਰ ਨਹੀਂ। ਤੇ ਦੂਜੇ ਪਾਸੇ ਖਦਸ਼ੇ ਇਹ ਵੀ ਜਤਾਏ ਜਾ ਰਹੇ ਨੇ ਕਿ ਕੇਂਦਰ ਕਿਸੇ ਵੀ ਤਰ੍ਹਾਂ ਇਹਨਾਂ ਮੋਰਚਿਆਂ ਨੂੰ ਬਦਨਾਮ ਕਰ ਸਕਦੀ ਹੈ, ਆਪਣੇ ਹੀ ਘੁਸਪੈਠੀਏ ਵਾੜ ਕੇ। ਪਿੱਛੇ ਜੇ 2-3 ਵੀਡੀਓਜ਼ ਤੁਸੀਂ ਵੀ ਵਾਇਰਲ ਹੋਈਆਂ ਦੇਖੀਆਂ ਹੋਣਗੀਆਂ, RSS ਦੇ ਬੰਦੇ ਫੜ ਕੇ ਸਿੰਘਾਂ ਨੇ ਉਹਨਾਂ ਦਾ ਸੌਦਾ ਲਾਇਆ, ਕੁੜੀਆਂ ਵਿੱਚ ਬੀਅਰ ਪੀਂਦੀਆਂ ਹੋਈਆਂ ਵਾੜ ਦਿੱਤੀਆਂ ਸੀਗੀਆਂ ਕੁੰਡਲੀ, ਠੀਕ ਹੈ ਜੀ। ਉੱਦਾਂ ਦੇ ਸ਼ਰਾਰਤੀ ਅਨਸਰ ਬਹੁਤ ਸਾਰੇ, ਕੁਝ ਮੁਸਲਮਾਨ ਵੀਰ ਸੀਗੇ ਜਿਨ੍ਹਾਂ ਦਾ ਬਾਅਦ 'ਚ ਪਤਾ ਲੱਗਿਆ ਸੀ ਮੁਸਲਮਾਨ ਨੇ, ਸਿਰ 'ਤੇ ਦਸਤਾਰਾਂ ਉਹਨਾਂ ਦੇ ਸੱਜੀਆਂ ਹੋਈਆਂ ਨੇ ਤੇ ਉਹ ਮਤਲਬ ਗਾਤਰੇ ਪਾਏ ਹੋਏ ਨੇ, ਉਹ ਵੀ ਘੁਸਪੈਠ ਕਰ ਰਹੇ ਸੀ, ਮਾਹੌਲ ਖ਼ਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸਰਕਾਰ ਤਾਂ ਇਹ ਸੋਚ ਕੇ ਸ਼ਾਇਦ ਬੈਠੀ ਹੈ ਕਿ ਇਹ ਮੋਰਚਾ ਜਿੰਨਾ ਲੰਬਾ ਹੋਊਗਾ ਉਹਨਾਂ ਹਲਕਾ ਪੈਂਦਾ ਜਾਊਗਾ। ਪਰ ਜੋਗਿੰਦਰ ਜੀ ਨੇ, ਉਗਰਾਹਾਂ ਜੀ ਨੇ ਇਹ ਗੱਲ ਕਹੀ ਸੀ, ਪੇ ਕੰਬਲੀ ਹੈ ਜਿੰਨੀ ਭਿੱਜਦੀ ਜਾ ਰਹੀ ਓਨੀ ਭਾਰੀ ਹੁੰਦੀ ਜਾ ਰਹੀ ਹੈ। ਦੇਖੋ, ਜਿੱਥੋਂ ਤੱਕ ਘੋਲ ਲੰਬਾ ਹੋਣ ਦਾ ਸਵਾਲ ਹੈ ਨਾ, ਅਸੀਂ ਤਾਂ ਮੰਨ ਕੇ ਚੱਲੇ ਹਾਂ ਵੀ ਜਿੱਡਾ ਘੋਲ ਹੈ, ਜਿੱਡਾ ਮੁੱਦਾ ਹੈ, ਜਿੱਡਾ ਇਹ ਟੱਕਰ ਹੈ, ਬੇਮੇਚੀ ਟੱਕਰ ਹੈ, ਐਂ ਕਹਿਣਾ ਹੋਵੇ ਹਜੇ,
ਲੰਬਾ ਚੱਲਣਾ ਹੀ ਚੱਲਣਾ। ਸਾਡੇ ਤਾਂ ਐਲਾਨ ਕੀਤੇ ਹੋਏ ਵੀ ਇਹ ਸਾਲਾਂ ਬੱਧੀ ਚੱਲਣਾ ਹੈ। ਫੌਰੀ ਤੌਰ ਤੇ ਅਸੀਂ ਇਸ ਮਸਲੇ ਦਾ ਹੱਲ ਵੀ ਛੇਤੀ ਕਰਾਂ, ਸਰਕਾਰ ਨੂੰ ਐਂ ਝੁਕਾਇਆ ਜਾਵੇ। ਇਹ ਤੇ ਲੰਮੀ ਲੜਾਈ ਲੜਨੀ ਪੈਣੀ ਆ, ਵੱਡੀਆਂ ਕੁਰਬਾਨੀਆਂ ਹੋਣਗੀਆਂ। ਦੇਖੋ ਕੁਰਬਾਨੀਆਂ 70 ਦੇ ਲਗਭਗ ਸਾਡੇ ਇੱਥੇ ਕਿਸਾਨਾਂ ਦੀਆਂ ਜਾਨਾਂ ਚਲੀਆਂ ਗਈਆਂ। ਹਜੇ ਹੋਰ ਪਤਾ ਨਹੀਂ ਕਿੰਨੀਆਂ ਕੁ ਜਾਨਾਂ ਦੀ ਇਹ ਲਹੂ ਦੀ ਪਿਆਸੀ ਹੈ ਇਹ ਸਰਕਾਰ, ਕਿੰਨੀਆਂ ਹੋਰ ਜਾਨਾਂ ਲੈਣੀਆਂ। ਇਸ ਕਰਕੇ ਲੰਬਾ ਲੜਨਾ ਘੋਲ ਲੰਬੇ ਵਾਸਤੇ ਫਿਰ ਲੰਮੀ ਤਿਆਰੀ ਚਾਹੀਦੀ ਹੈ। ਲੰਮੀ ਤਿਆਰੀ ਅਸੀਂ ਤਾਂ ਵੇਖੋ ਸਾਡੀ BKU ਏਕਤਾ ਗੁਰਾਹਾਂ ਵੱਲੋਂ ਲੰਬੀ ਲੜਾਈ ਲਈ ਤਿਆਰ ਕੀਤਾ ਹੋਇਆ। ਅਸੀਂ ਤਾਂ ਐਲਾਨ ਕੀਤਾ ਵੀ ਅੱਜ ਲੋਹੜੀ ਹੈ, ਲੋਹੜੀ ਨੂੰ ਉਸ ਸੰਘਰਸ਼ੀ ਲੋਹੜੀ ਮਨਾ ਰਹੇ ਹਾਂ ਅਸੀਂ ਅੱਜ। ਉਸ ਲੋਹੜੀ ਦੇ ਉੱਤੇ ਉਹ ਕਾਲੇ ਕਾਨੂੰਨਾਂ ਦੀਆਂ ਕਾਪੀਆਂ ਸਾੜਨੀਆਂ, ਅਸੀਂ ਦੁੱਲੇ ਭੱਟੀ ਨੂੰ ਯਾਦ ਕਰਨਾ, ਅਸੀਂ ਮਾਈ ਭਾਗੋ ਨੂੰ ਯਾਦ ਕਰਨਾ। ਅੱਜ ਸਾਡੇ 40 ਮੁਕਤਿਆਂ ਦਾ ਨਾਂ ਹੈਗਾ ਦਿਨ, ਅਸੀਂ ਉਹਨਾਂ ਨੂੰ ਯਾਦ ਕਰਕੇ ਸੰਘਰਸ਼ੀ ਲੋਹੜੀ ਐਂ ਮਨਾਵਾਂਗੇ ਕਿਉਂਕਿ ਸਾਡਾ ਇਤਿਹਾਸ ਕੁਰਬਾਨੀਆਂ ਭਰਾ ਇਤਿਹਾਸ ਹੈ। ਕੁਰਬਾਨੀਆਂ ਕਰਕੇ ਹੀ ਸਾਨੂੰ ਅੱਜ ਜਾਣਿਆ ਜਾਂਦਾ। ਇਸ ਕਰਕੇ ਅਸੀਂ ਕੁਰਬਾਨੀਆਂ ਦੇ ਨਾਲ ਜਿੱਤਾਂਗੇ। ਕੋਈ ਗੱਲ ਨਹੀਂ, ਸਰਕਾਰਾਂ ਨੇ ਦੇਖੋ ਲਾਉਣੇ ਹੁੰਦੇ ਆ ਆਪਦੇ, ਸਰਕਾਰਾਂ ਬਥੇਰੇ ਭੇਸਾਂ ਦੇ ਵਿੱਚ ਆਉਂਦੀਆਂ ਹੁੰਦੀਆਂ। ਜਿਵੇਂ ਤੁਸੀਂ ਜ਼ਿਕਰ ਕੀਤਾ, ਇੱਥੋਂ ਤੱਕ ਵੀ ਉਹਨਾਂ ਨੇ ਕਿਹਾ ਵੀ ਮੁਫਤ ਸ਼ਰਾਬ ਬਣਾ ਕੇ ਕੁੜੀਆਂ ਭੇਜ ਦਿਓ ਵੀ ਕੋਈ ਛੇੜਛਾੜ ਕਰਨ। ਇਹ ਅਸੀਂ ਇਹ ਵੀ ਦੇਖਿਆ। ਪਰ ਧੰਨ ਸਦਕੇ ਜਾਈਏ, ਅਸੀਂ ਸਲਾਮ ਕਰਦੇ ਹਾਂ ਸਾਡੀ ਨੌਜਵਾਨੀ ਦੇ ਜਿਨ੍ਹਾਂ ਨੇ ਇਹ ਹਾਲੇ ਤੱਕ ਸਾਨੂੰ ਆਹ ਕਿੱਡਾ ਵੱਡਾ ਲੰਬਾ ਤੁਸੀਂ ਦੇਖ ਲਓਗੇ ਇਹ ਲੱਗਿਆ ਹੋਇਆ ਕਾਫਲਾ, ਇੱਕ ਵੀ ਸ਼ਰਾਰਤ ਇਹ ਜੀ ਨਹੀਂ ਆਈ ਸਾਡੇ ਨੌਜਵਾਨਾਂ ਵੱਲੋਂ ਵੀ ਇਹ ਕੁੜੀ ਕਤਰੀ ਨਾਲ ਛੇੜਛਾੜ ਦਾ ਮਾਮਲਾ ਆ ਗਿਆ ਹੋਵੇ, ਕੋਈ ਗੱਲ ਹੋ ਗਈ ਹੋਵੇ। ਦੂਜੀ ਗੱਲ, ਜਿਹੜਾ ਨਸ਼ੇੜੀ ਕਰਕੇ ਨੌਜਵਾਨੀ ਨੂੰ ਭੰਡਿਆ ਜਾ ਰਿਹਾ ਸੀ। ਅਸੀਂ ਪਿੰਡਾਂ ਦੇ ਵਿੱਚ ਦੇਖਦੇ ਹੁੰਦੇ ਸੀ, ਜੇ ਕਿਤੇ ਵੱਡੇ ਕਲੱਬਾਂ ਦੇ ਟੂਰਨਾਮੈਂਟ ਹੁੰਦੇ ਸੀ ਅਗਲੇ ਦਿਨਾਂ ਦੇ ਵਿੱਚ, ਜਦੋਂ ਗਰਾਊਂਡ ਦੇ ਮਗਰਲੇ ਪਾਸੇ ਜਾਂਦੇ ਹੁੰਦੇ ਸੀ ਨਾ, ਉੱਥੇ ਸਰਿੰਜਾਂ ਦੇ ਢੇਰ ਲੱਗੇ ਪਏ ਹੁੰਦੇ ਸੀ। ਪਰ ਅੱਜ ਤੁਸੀਂ ਉੱਥੋਂ ਤੁਰੇ ਜਾਓ, ਆਹ 15-20 ਕਿਲੋਮੀਟਰ ਦਾ ਆਹ ਫਾਸਲਾ ਹੈ, ਦੂਜੇ ਪਾਸੇ ਚਲੇ ਜਾਓ, ਅਸੀਂ ਗੌਰ ਨਾਲ ਦੇਖਿਆ, ਕਦੇ ਵੇਖੀ ਆ ਸਰਿੰਜ ਕਿਸੇ ਨੇ? ਮਤਲਬ ਕੀ ਆ, ਸਾਡੀ ਨੌਜਵਾਨੀ ਨੂੰ ਉਹ ਨਸ਼ਿਆਂ ਤੋਂ ਛੱਡ ਕੇ ਅੱਜ ਘੋਲ ਦਾ ਨਸ਼ਾ ਚੜਿਆ ਹੋਇਆ। ਬਿਲਕੁਲ ਇਸ ਗੱਲ ਕਰਕੇ ਅਸੀਂ ਤਾਂ ਕਹਿੰਦੇ ਵੱਡੀ ਪ੍ਰਾਪਤੀ ਕਰ ਲਈ, ਅਸੀਂ ਨੌਜਵਾਨੀ ਨੂੰ ਬਚਾ ਲਿਆ। ਸਾਡੀ ਨੌਜਵਾਨੀ ਨੂੰ ਅਸੀਂ ਜੋ ਸੇਧ ਦੇਣਾ ਚਾਹੁੰਦੇ ਸੀ ਉਹ ਸਾਡੀ ਸੇਧ ਲੈ ਲਈ, ਉਹ ਤਾਂ ਆ ਗਏ ਲੜਾਈ ਦੇ ਮੈਦਾਨ 'ਚ। ਸਾਡਾ ਤਾਂ ਖੁਸ਼ੀਆਂ ਦੇ ਨਾਲ ਅਸੀਂ ਤਾਂ ਸਮਾਉਂਦੇ ਨਹੀਂ ਇਸ ਤਰ੍ਹਾਂ ਸਾਡਾ, ਕਿਉਂਕਿ ਅਸੀਂ ਤਾਂ ਜਿਹਨੂੰ ਉਡੀਕਦੇ ਸੀ ਪਲਕਾਂ ਪਛਾ ਕੇ ਅੱਜ ਆ ਗਏ ਸਾਡੇ। ਹੁਣ ਸਾਨੂੰ ਫਿਕਰ ਹੀ ਨਹੀਂ ਕੋਈ, ਮੋਦੀ ਹੁਕੂਮਤ ਕਰ ਲੈ ਜੋ ਸਾਡੇ ਨਾਲ ਜੋ ਕਰਨਾ। ਸਾਡੇ ਵਾਰਸ ਆ ਗਏ, ਸਾਡੀ ਲਹਿਰ ਨੂੰ ਨਹੀਂ ਕੋਈ ਮਾਰ ਸਕਦਾ। ਉਹ ਸਾਡੇ ਫਿਕਰਾਂ ਦੂਰ ਹੋ ਗਈਆਂ। ਕੋਈ ਗੱਲ ਨਹੀਂ, ਕੋਈ ਗੱਲ ਨਹੀਂ, ਲੜਾਂਗੇ, ਜਿੱਤਾਂਗੇ। ਕੋਈ ਗੱਲ ਹੀ ਨਹੀਂ। ਸਾਡੀ ਨੌਜਵਾਨੀ ਨੂੰ ਵੀ ਕਲਾ ਵਿੱਚ ਰੱਖਾਂਗੇ। ਜਿਹੜਾ ਉਹਨਾਂ ਨੂੰ ਭਰਮ ਭੁਲੇਖਾ ਪੈਂਦਾ ਨਾ ਵੀ ਇਹਨਾਂ ਨੂੰ ਉਕਸਾ ਕੇ ਜਾਂ ਇਹਨਾਂ ਨੂੰ ਕੁਰਾਹੇ ਪਾ ਦਿਆਂਗੇ, ਬਿਲਕੁਲ ਇਹ ਭਰਮ ਹੈ ਮੋਦੀ ਹੁਕੂਮਤ ਦਾ। ਇਹ ਭਰਮ ਵੀ ਤੋੜਾਂਗੇ ਆਉਣ ਵਾਲੇ ਦਿਨਾਂ ਦੇ ਵਿੱਚ। ਅਤੇ ਜਵਾਨੀ ਨੂੰ ਫੇਰ ਆਖਰ ਦੇ ਵਿੱਚ ਮੈਂ ਸੱਦਾ ਦੇਵਾਂਗਾ ਤੁਹਾਡੇ ਇਸ ਚੈਨਲ ਦੇ ਜ਼ਰੀਏ, ਜਿੱਥੋਂ ਤੱਕ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਸਾਡੀ ਸੰਗਤ ਸੁਣ ਰਹੀ ਹੈ, ਵੀ ਅੱਜ ਜਿਹੜੇ ਸਾਡੇ ਗੁਰੂਆਂ ਨੇ ਸਬਰ ਤੋਂ ਕੰਮ ਲਿਆ ਸੀ, ਅੱਜ ਉਸੇ ਸਬਰ ਦੇ ਨਾਲ, ਉਸੇ ਜ਼ਬਤ ਦੇ ਨਾਲ ਇਸ ਮੋਦੀ ਹੁਕੂਮਤ ਨੂੰ ਹਰਾਉਣ ਦਾ ਵੇਲਾ ਹੈ। ਜਦੋਂ ਕਿਤੇ ਟੱਕਰਾਂ ਦਾ ਵੇਲਾ ਆਊਗਾ, ਉਹ ਵੇਲੇ ਵੀ ਆਉਂਦੇ ਹੁੰਦੇ ਆ। ਸੋ ਇਸ ਕਰਕੇ ਇਸ ਗੱਲ ਦੀ ਹੈਗੀ ਹੈ ਵੀ ਆਪਾਂ ਸਬਰ ਦੇ ਨਾਲ, ਜ਼ਬਤ ਦੇ ਨਾਲ, ਜ਼ਬਤ ਦੇ ਵਿੱਚ ਰਹਿ ਕੇ ਮੋਦੀ ਹੁਕੂਮਤ ਨੂੰ ਹਾਰ ਦੇਣੀ ਆ, ਮਾਤ ਦੇਵਾਂਗੇ, ਜਿੱਤ ਕੇ ਨਿਕਲਾਂਗੇ। ਬਿਲਕੁਲ ਜੀ, ਜਿੱਦਾਂ ਇਹਨਾਂ ਨੇ ਕਿਹਾ ਕਿ ਨੌਜਵਾਨੀ ਨੂੰ ਚਾਹੇ ਹਿੰਦ ਹੁਕੂਮਤ ਜਿੰਨਾ ਮਰਜ਼ੀ ਜ਼ੋਰ ਲਾ ਲਵੇ, ਹੁਣ ਨਹੀਂ ਹਿਲਾ ਸਕਦੀ। ਕਿਉਂਕਿ ਭਾਈ ਗੁਰਪ੍ਰੀਤ ਸਿੰਘ ਮਿੰਟੂ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੇ ਵੀ ਇਹ ਗੱਲ ਦੱਸੀ ਸੀ ਕਿ ਉਹ ਨੌਜਵਾਨ ਜਿਹੜੇ ਨਸ਼ਿਆਂ ਦੇ ਆਦੀ ਸੀ, ਅੱਜ ਉਹਨਾਂ ਨੂੰ ਇਸ ਸੰਘਰਸ਼ ਦਾ ਨਸ਼ਾ ਚੜਿਆ ਹੈ। ਨੰਗੇ ਪੈਰ ਸੜਕਾਂ ਦੇ ਉੱਤੇ ਝਾੜੂ ਲਿਆ ਕੇ ਉਹ ਨੌਜਵਾਨ ਸੜਕਾਂ ਸਾਫ਼ ਕਰਦੇ ਪਏ ਨੇ। ਦਿੱਲੀ ਦੀ ਹਿੱਕ ਉੱਤੇ ਬੱਚੇ ਸੇਵਾ ਕਰਦੇ ਪਏ ਨੇ, ਨੌਜਵਾਨ ਸੇਵਾ ਕਰਦੇ ਪਏ ਨੇ ਜਿਹੜੇ ਕਦੀ ਨਸ਼ਿਆਂ ਦੇ ਆਦੀ ਸੀ। ਤੇ ਅਗਰ ਦਮਦਮੀ ਟਕਸਾਲ ਜੱਥਾ ਰਾਜਪੁਰ ਤੋਂ ਬਰਜਿੰਦਰ ਸਿੰਘ ਪਰਵਾਨਾ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੇ ਸਿੰਘਾਂ ਨੂੰ, ਮਤਲਬ ਨੌਜਵਾਨ ਨੂੰ ਅੰਮ੍ਰਿਤ ਛਕਾ ਕੇ ਸਿੰਘ ਸਜਾਇਆ। ਇਸ ਮੋਰਚੇ ਦੀ ਇਸ ਤੋਂ ਵੱਡੀਆਂ ਪ੍ਰਾਪਤੀਆਂ ਕੀ ਹੋ ਸਕਦੀਆਂ ਨੇ ਸਾਡੇ ਵਾਸਤੇ? ਸਾਡੀ ਉਹ ਨੌਜਵਾਨ ਪੀੜ੍ਹੀ ਜਿਹੜੀ ਡੂੰਘੀ ਨੀਂਦ ਸੁੱਤੀ ਹੋਈ ਸੀ, ਅੱਜ ਉੱਠ ਕੇ ਦਿੱਲੀ ਦੀ ਹਿੱਕ ਤੇ ਆਣ ਖਲੋਤੀ ਹੈ ਆਪਣੇ ਹੱਕ ਮੰਗਣ ਵਾਸਤੇ। ਤੇ ਹੁਣ ਉਹਨਾਂ ਨੂੰ ਪਤਾ ਲੱਗ ਗਿਆ ਕਿ ਉਹ ਵਾਰਸ ਆਖਰ ਕਿਹਨਾਂ ਦੇ ਨੇ, ਉਹਨਾਂ ਦੇ ਮੋਢਿਆਂ ਉੱਤੇ ਜ਼ਿੰਮੇਵਾਰੀਆਂ ਆਖਰ ਕਿਹਨਾਂ ਦੀਆਂ ਨੇ। ਉਹਨਾਂ ਦੀ ਕੌਮ ਵਿੱਚੋਂ ਜਿਹੜੀਆਂ ਸ਼ਹਾਦਤਾਂ ਹੋਈਆਂ ਉਹ ਐਵੇਂ ਨਹੀਂ ਹੋਈਆਂ, ਉਹਨਾਂ ਦਾ ਖੂਨ ਅੱਜ ਵੀ ਇਹਨਾਂ ਦੀਆਂ ਰਗਾਂ ਵਿੱਚ ਦੌੜਦਾ ਹੈ। ਤਾਂ ਹੀ ਦਿੱਲੀ ਨਾਲ ਮੱਥਾ ਲਾਉਣ ਵਾਸਤੇ ਇਹ ਨੌਜਵਾਨ ਅੱਗੇ ਆਏ ਨੇ, ਜੋ ਨਾ ਡਰਨਗੇ, ਨਾ ਝੁਕਣਗੇ, ਨਾ ਬਿਨਾਂ ਲੜੇ ਇੱਥੋਂ ਵਾਪਸ ਜਾਣਗੇ। ਹੱਕ ਲੈਣ ਆਏ ਆ, ਹੱਕ ਲੈ ਕੇ ਜਾਵਾਂਗੇ। ਅੰਤ ਦੇ ਵਿੱਚ ਦੇਸ਼ ਵਿਦੇਸ਼ ਦੀ ਸੰਗਤ ਨੂੰ ਤੇ ਨੌਜਵਾਨ ਤਬਕੇ ਨੂੰ, ਖਾਸ ਕਰਕੇ ਦੀਪ ਹੋ ਗਿਆ, ਲੱਖਾ ਹੋ ਗਿਆ, ਹੋਰ ਨੌਜਵਾਨ ਆਗੂ ਜਿਹਨਾਂ ਦੇ ਨਾਲ ਆਪਣੀ ਇੱਕ ਫੈਨ ਫੋਲੋਇੰਗ ਹੈ, ਉਹਨਾਂ ਨੂੰ, ਕਿਸਾਨ ਜਥੇਬੰਦੀਆਂ ਨੂੰ ਕੀ ਕਹੂੰ? ਦੇਖੋ, ਅਸੀਂ ਸਾਰੀ ਹੀ ਸਮੁੱਚੀ ਨੌਜਵਾਨੀ ਨੂੰ, ਕਿਸੇ ਵਿਸ਼ੇਸ਼ ਨਾਂ ਦਾ ਆਪਾਂ ਨਹੀਂ ਜ਼ਿਕਰ ਕਰਦੇ, ਕਿਉਂਕਿ ਚੰਗੀ ਗੱਲ ਹੈ ਜੋ ਵੀ ਨੌਜਵਾਨਾਂ ਦੇ ਮੂਹਰੇ ਲੱਗਿਆ, ਨੌਜਵਾਨਾਂ ਨੂੰ ਲਾਮਬੰਦ ਕਰਦਾ, ਅਸੀਂ ਕਹਿੰਦੇ ਚੰਗੀ ਗੱਲ ਹੈ, ਵਧੀਆ ਗੱਲ ਹੈ। ਸਾਰੀ ਨੌਜਵਾਨੀ ਨੂੰ ਅਸੀਂ ਅੱਜ ਸੱਦਾ ਦੇਣਾ ਚਾਹੁੰਦੇ ਹਾਂ ਵੀ ਬਿਲਕੁਲ ਜ਼ਾਬਤੇ 'ਚ ਰਹਿ ਕੇ, ਜੋਸ਼ ਨੂੰ ਬਰਕਰਾਰ ਰੱਖਦੇ ਹੋਏ, ਹੋਸ਼ ਨਾਲ ਕਾਇਮ ਰਹਿ ਕੇ, ਇਸ ਗੱਲ ਨੇ ਸਾਡੇ ਜੋ ਗੁਰੂਆਂ ਪੀਰਾਂ ਦਾ ਲੈਣ ਹੈ ਉਹਨੂੰ ਪੱਲੇ ਬੰਨ੍ਹ ਕੇ, ਜਿਹੜਾ ਕਹਿੰਦੇ ਸਬਰ ਤੇ
ਸਬਰ ਦੇ ਨਾਲ ਜ਼ਬਰ ਦਾ ਮੁਕਾਬਲਾ ਕਰਨਾ ਜਿਹੜਾ ਉਸ ਨੂੰ ਉਹਦਾ ਪੱਲਾ ਨਹੀਂ ਛੱਡਣਾ ਚਾਹੀਦਾ। ਅੱਜ ਵੇਲਾ ਇਹ ਹੈ, ਇਸ ਕਰਕੇ ਨੌਜਵਾਨੀ ਨੂੰ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਬੈਠੀ ਸਾਡੀ ਸਾਰੀ ਸੰਗਤ ਨੂੰ ਅਸੀਂ ਸੱਦਾ ਦੇਵਾਂਗੇ ਤੇ ਸੁਨੇਹਾ ਵੀ ਸਾਡਾ ਇਹੀ ਹੈ ਵੀ ਇਸ ਘੋਲ ਦੇ ਵਿੱਚ, ਕਿਉਂਕਿ ਇਹ ਘੋਲ ਕਿਸੇ ਇੱਕ ਕੌਮ ਦਾ ਨਹੀਂ, ਇਹ ਘੋਲ ਕਿਸਾਨਾਂ ਕਿਰਤੀ ਲੋਕਾਂ ਦਾ ਨਹੀਂ, ਅੱਜ ਇਹ ਸਮੁੱਚੇ ਲੋਕਾਂ ਦਾ। ਜੇ ਐਂ ਕਹਿਣਾ ਹੋਵੇ ਅੱਜ ਨਖੇੜਾ ਕਰਤਾ ਇਸ ਘੋਲ ਨੇ, ਇੱਕ ਪਾਸੇ ਕਾਰਪੋਰੇਟ ਘਰਾਣੇ ਆ ਜਾਂ ਉਹ ਜਾਬਰ ਹਕੂਮਤਾਂ ਜਾਂ ਐਂ ਕਹ ਲਓ ਜੋਕਾਂ ਹੈ, ਇੱਕ ਪਾਸੇ ਜੋਕਾਂ ਇੱਕ ਪਾਸੇ ਲੋਕ ਨੇ, ਇਹ ਲੋਕਾਂ ਦਾ ਧੜਾ ਹੈ, ਉਧਰ ਪਾਸੇ ਜੋਕਾਂ ਦਾ ਧੜਾ ਹੈ। ਲੋਕਾਂ ਦਾ ਧੜਿਆ ਸਾਰਾ ਇਹ ਅੱਜ ਕੋਲ ਲੋਕਾਂ ਦਾ ਘੋਲ ਬਣ ਚੁੱਕਿਆ। ਇਸ ਕਰਕੇ ਦੇਸ਼ਾਂ ਵਿਦੇਸ਼ਾਂ ਦੀਆਂ ਸੰਗਤਾਂ ਦਾ, ਦੇਸ਼ਾਂ ਵਿਦੇਸ਼ਾਂ ਤੋਂ ਸਾਡੇ ਕਿਰਤੀ ਲੋਕਾਂ ਦਾ, ਦੇਸ਼ਾਂ ਵਿਦੇਸ਼ਾਂ ਤੋਂ ਰੰਗਕਰਮੀ, ਨਾਟਕਕਾਰ, ਬੁੱਧੀਜੀਵੀ, ਲੇਖਕ ਸਾਰਿਆਂ ਦੀਆਂ ਨਜ਼ਰਾਂ ਇਸ ਗੱਲ ਤੇ ਲੱਗੀਆਂ ਹੋਈਆਂ ਤੇ ਸਾਰਿਆਂ ਦਾ ਇਸ ਘੋਲ ਦੇ ਵਿੱਚ ਵੱਡਾ ਯੋਗਦਾਨ ਪੈ ਰਿਹਾ ਹੈ। ਇਸ ਕਰਕੇ ਇਹ ਫਿਰ ਇਕੱਲਾ ਘੋਲ ਹੁਣ ਪੰਜਾਬ ਤੋਂ ਸ਼ੁਰੂ ਹੁੰਦਾ ਹੋਇਆ ਮੁਲਕ ਪੱਧਰਾ ਬਣ ਗਿਆ, ਸਾਰੇ ਸੂਬਿਆਂ ਦੇ ਵਿੱਚ ਇਹਦੀ ਹਲਚਲ ਹੋਈ ਵੀ ਹੈ। ਇਦੋਂ ਗਾਹ ਕੌਮਾਂਤਰੀ ਪੱਧਰਾ ਬਣ ਗਿਆ, ਆਸਟ੍ਰੇਲੀਆ ਦੇ ਵਿੱਚ ਅੱਡ ਮੁਜ਼ਾਹਰੇ ਹੋਈ ਜਾਂਦੇ ਆ, ਨਿਊਜ਼ੀਲੈਂਡ ਦੇ ਵਿੱਚ ਅੱਡ ਮੁਜ਼ਾਹਰੇ ਹੋਈ ਜਾਂਦੇ ਆ, ਜਾਪਾਨ ਦੇ ਵਿੱਚ ਅੱਡ ਮੁਜ਼ਾਹਰੇ ਹੋਈ ਜਾਂਦੇ ਆ, ਉੱਧਰ ਕੈਨੇਡਾ ਦੇ ਵਿੱਚ ਅੱਡ ਮੁਜ਼ਾਹਰੇ ਹੋਈ ਜਾਂਦੇ ਆ। ਐਂ ਤਾਂ ਬਹੁਤ ਵੱਡਾ ਘੋਲ ਦੀਆਂ ਆਹ ਵੱਡੀਆਂ ਪ੍ਰਾਪਤੀਆਂ, ਇਸ ਕਰਕੇ ਇਹਨੂੰ ਸਾਂਭਣ ਦੀ ਲੋੜ ਹੈ ਤੇ ਜਿੱਤ ਤੱਕ ਲਿਜਾਣ ਖਾਤਰ ਅੱਜ ਸਾਨੂੰ ਬਹੁਤ ਜ਼ਾਬਤੇ ਤੋਂ ਲੈਣ ਦੀ ਲੋੜ ਪੈਣੀ ਹੈ। ਸਰਕਾਰ ਦੀਆਂ ਚਾਲਾਂ ਨੂੰ ਬੁੱਝਣਾ ਪੈਣਾ ਤੇ ਸਾਨੂੰ ਖਾਸ ਕਰਕੇ ਨੌਜਵਾਨ ਪੀੜ੍ਹੀ ਨੂੰ, ਸਾਡੇ ਉਹਨਾਂ ਨੌਜਵਾਨਾਂ ਨੂੰ ਇਹੀ ਸੱਦਾ ਦੇਵਾਂਗੇ ਵੀ ਹੋਸ਼ ਤੋਂ ਕੰਮ ਲੈਂਦੇ ਹੋਏ ਸਰਕਾਰ ਦੀਆਂ ਚਾਲਾਂ ਨੂੰ ਪਲ ਪਲ ਤੇ ਬੁੱਝ ਕੇ ਉਹਨਾਂ ਨੂੰ ਮਾਤ ਦੇਣ ਦੀ ਲੋੜ ਹੈ ਅੱਜ। ਆਖਰੀ ਸਵਾਲ, ਕੀ ਇਸ ਘੋਲ ਨੂੰ ਜਿੱਤਣ ਤੋਂ ਬਾਅਦ ਪੰਜਾਬ ਜਾ ਕੇ ਸਾਰੀਆਂ ਕਿਸਾਨ ਜਥੇਬੰਦੀਆਂ ਤੁਹਾਡੇ ਵੱਲੋਂ ਆਪਣੀ ਇੱਕ ਖੇਤਰੀ ਪਾਰਟੀ ਬਾਰੇ, ਆਪਣੀ ਇੱਕ ਸਿਆਸੀ ਪਾਰਟੀ ਬਾਰੇ ਸੋਚਿਆ ਜਾਏਗਾ? ਨਹੀਂ, ਬਿਲਕੁਲ ਨਹੀਂ। ਹਾਲ ਸਾਡਾ ਕੁਝ ਨਹੀਂ ਹੈ ਸਿਆਸੀ ਪਾਰਟੀ ਬਾਰੇ। ਸਿਆਸੀ ਪਾਰਟੀਆਂ ਦਾ ਦੇਖੋ ਸਾਰੀਆਂ ਦਾ ਇਤਿਹਾਸ ਸਾਡੇ ਸਾਹਮਣੇ ਪਿਆ। 72 ਸਾਲ ਲੋਕ ਹੋ ਗਏ ਇਹਨਾਂ ਨੂੰ ਪਰਤਾਉਂਦੇ ਨੂੰ, ਜਿੰਨੀਆਂ ਨੱਕੋ ਵੱਲੋਂ ਲੈ ਚੁੱਕੀਆਂ ਸਾਡੀਆਂ ਸਿਆਸੀ ਪਾਰਟੀਆਂ। ਇਹ ਕੁਛ ਨਹੀਂ, ਅਸੀਂ ਕੀ ਕਹਿੰਦੇ ਆ, ਸਾਡੀ ਜਥੇਬੰਦੀ ਦਾ ਜ਼ੋਰ ਨਾ, ਇਸ ਤਾਂ ਲੋਕਾਂ ਦੀ ਪੁੱਗਤ ਵਾਲਾ ਰਾਜ ਬਣਾਉਣਾ ਹੈ। ਜਿਹੜਾ ਭਗਤ ਸਿੰਘ ਨੇ ਸੁਪਨਾ ਲਿਆ ਸੀ ਵੀ ਲੋਕਾਂ ਦੀ ਪੁੱਗਤ ਵਾਲਾ ਰਾਜ ਜਾਂ ਮਨੁੱਖ ਤੋਂ ਮਨੁੱਖ ਦੀ ਲੁੱਟ ਖਤਮ ਹੋਵੇ, ਅੱਜ ਜੇ ਐਂ ਕਹਿਣਾ ਹੋਵੇ ਸਾਡੀ ਉਦਾਹਰਨ ਪਈ ਅਸੀਂ ਤਾਂ ਤਾਕਤ ਨੂੰ ਹੋਰ ਜੋੜਾਂਗੇ। ਅੱਜ ਪੰਜਾਬ ਦੇ ਵਿੱਚ ਪੁੱਗਦੀ ਕਿਹਦੀ ਹੈ? ਸਰਕਾਰ ਭਾਵੇਂ ਕਾਂਗਰਸ ਦੀ ਹੈ, ਅਮਰਿੰਦਰ ਗੱਦੀ ਤੇ ਬੈਠਾ, ਪਰ ਲੋਕ ਕਾਰਪੋਰੇਟ ਘਰਾਣਿਆਂ ਦੇ ਹਿੱਕ ਤੇ ਬੈਠੇ ਆ। ਟੋਲ ਪਲਾਜੇ ਫਰੀ ਹੈ, ਰਿਲਾਇੰਸ ਪੰਪ ਫਰੀ ਨੇ, ਇਸ ਤਰ੍ਹਾਂ ਮੌਲਾਂ ਦੇ ਅੱਗੇ ਬੈਠੇ ਆ, ਇਸ ਤਰ੍ਹਾਂ ਭਾਜਪਾ ਦੇ ਘਰ ਘੇਰੇ ਹੋਏ ਆ। ਕਿੰਨੇ ਜਣੇ ਉਦਾਹਰਨਾਂ ਦਿੱਤੀਆਂ, ਵੱਡੇ ਵੱਡੇ ਮੌਲ ਆ, ਸੈਲੋ ਗੋਦਾਮ ਆ, ਸਾਰੇ ਲੋਕਾਂ ਨੇ ਆਏ ਉਹਨਾਂ ਕਾਰਪੋਰੇਟ ਘਰਾਣਿਆਂ ਦੇ ਨੱਕ 'ਚ ਦਮ ਕੀਤਾ ਹੋਇਆ। ਇਹ ਲੋਕਾਂ ਦੀ ਤਾਕਤ ਹੈ। ਇਹ ਤਾਕਤ ਨੂੰ ਆ ਕੇ ਹੋਰ ਜੋੜਾਂਗੇ। ਲੋਕਾਂ ਦੀ ਪੁੱਗਤ ਵਾਲਾ ਜਿਹੜਾ ਮਰਜ਼ੀ ਰਾਜਗੱਦੀ ਤੇ ਬਹਿ ਜੇ, ਅਸੀਂ ਇਹ ਨਿਸ਼ਾਨਾ ਰੱਖਦੇ ਹਾਂ, ਚਾਹੇ ਉਹ ਕਾਂਗਰਸ ਹੋਣ, ਚਾਹੇ ਅਕਾਲੀ ਹੋਣ, ਚਾਹੇ ਆਪ ਵਾਲੇ ਹੋਣ, ਚਾਹੇ ਕੋਈ ਹੋਰ ਹੋਵੇ। ਅਸੀਂ ਲੋਕਾਂ ਦੀ ਤਾਕਤ ਉਸਾਰਨੀ ਆ ਵੀ ਲੋਕਾਂ ਦੀ ਪੁੱਗਤ ਬਣੇ ਰਾਜਗੱਦੀ ਤੇ ਜਿਹੜਾ ਮਰਜ਼ੀ ਬਹਿ ਜਾ। ਸਾਡਾ ਆਪਦਾ ਕੋਈ ਸਿਆਸੀ ਪਾਰਟੀ ਬਣਾਉਣ ਦਾ ਜਾਂ ਕੋਈ ਚੋਣਾਂ ਲੜਨ ਦਾ, ਇਹਦੇ ਤੇ ਕੋਈ ਗੱਦੀ ਹਥਿਆਉਣ ਦਾ ਕੋਈ ਮਾਮਲਾ ਨਹੀਂ। ਅਸੀਂ ਇਹ ਬਿਲਕੁਲ ਤਿਆਗ ਕੇ ਚੱਲੇ ਹੋਏ ਹਾਂ। ਜੀ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਗੱਲ ਕਰਨ ਵਾਸਤੇ। ਪਰ ਅੰਤ ਦੇ ਵਿੱਚ ਅਸੀਂ ਸਾਰੀਆਂ ਹੀ ਕਿਸਾਨ ਜਥੇਬੰਦੀਆਂ ਤੇ ਉਹਨਾਂ ਦੇ ਸਤਿਕਾਰਯੋਗ ਆਗੂਆਂ ਨੂੰ ਇੱਕ ਗੁਜ਼ਾਰਿਸ਼ ਆਪਣੇ ਵੱਲੋਂ ਜ਼ਰੂਰ ਕਰਨਾ ਚਾਹਾਂਗੇ, ਕਿਉਂਕਿ ਸਾਡਾ ਸਭ ਕੁਝ ਸਾਡੀ ਸੱਤਾ ਤੇ ਸਿਆਸਤ ਦੇ ਨਾਲ ਜੁੜਿਆ ਹੈ ਤੇ ਪੰਜਾਬੀ ਸੂਬਾ ਮਹਾ ਪੰਜਾਬ ਉਹ ਕਹਿ ਸਕਦੇ ਹਾਂ ਖਿੱਤਾ ਸੀ ਜਿਸ ਤੋਂ ਇੱਕ ਊਰਜਾ ਅਜਿਹੀ ਨਿਕਲਦੀ ਹੈ ਜੋ ਪੂਰੇ ਭਾਰਤ ਨੂੰ ਆਬਾਦ ਕਰਦੀ ਹੈ। ਜਦੋਂ ਪੂਰੇ ਭਾਰਤ ਦੇ ਵਿੱਚ ਅਕਾਲ ਪਿਆ ਸੀ ਤਾਂ ਇਸ ਪੰਜਾਬੀ ਸੂਬੇ ਨੇ ਪੂਰੇ ਪੰਜਾਬ ਦਾ ਢਿੱਡ ਭਰਿਆ ਸੀ, ਹਰੀ ਕ੍ਰਾਂਤੀ ਲੈ ਕੇ ਆਂਦੀ ਸੀ। ਤੇ ਅੱਜ ਗੰਦੇ ਸਿਆਸਤਦਾਨਾਂ ਨੇ ਆਪਣੇ ਘਰ ਭਰਨ ਵਾਸਤੇ ਇਹਨਾਂ ਕਿਸਾਨਾਂ ਨੂੰ ਇੰਨਾ ਮਜਬੂਰ ਕਰ ਦਿੱਤਾ ਹੈ, ਨੌਜਵਾਨਾਂ ਨੂੰ ਇੰਨਾ ਮਜਬੂਰ ਕਰ ਦਿੱਤਾ ਹੈ ਕਿ ਪੋਹ ਦੀਆਂ ਸਰਦੀਆਂ ਦੇ ਵਿੱਚ ਅਸੀਂ ਦਿੱਲੀ ਦੀਆਂ ਹਿੱਕਾਂ ਤੇ ਬੈਠੇ, ਸਾਡੀਆਂ ਧੀਆਂ, ਸਾਡੀਆਂ ਭੈਣਾਂ, ਸਾਡੇ ਬੱਚੇ ਦਿੱਲੀ ਦੀਆਂ ਹਿੱਕਾਂ ਤੇ ਬੈਠੇ ਨੇ ਆਪਣੇ ਹੱਕ ਲੈਣ ਵਾਸਤੇ। ਇਸ ਲਈ ਕਿਤੇ ਨਾ ਕਿਤੇ ਸਾਡੇ ਜ਼ਿਹਨ ਦੇ ਵਿੱਚ ਇਹ ਸਵਾਲ ਜ਼ਰੂਰ ਆਉਂਦੇ ਨੇ ਕਿ ਜੇਕਰ ਇਹਨਾਂ ਗੱਦੀਆਂ ਉੱਤੇ ਬੈਠੇ ਹੋਏ ਮੰਤਰੀ ਨੇ, ਸੰਤਰੀ ਨੇ ਸਾਡੇ ਆਪਣੇ ਪੁੱਤ ਹੁੰਦੇ, ਕਿਸਾਨਾਂ ਦੇ ਪੁੱਤ ਹੁੰਦੇ, ਤਾਂ ਸ਼ਾਇਦ ਅੱਜ ਸਾਨੂੰ ਇਸ ਤਰੀਕੇ ਮੋਰਚੇ ਬੰਦੀ ਨਾ ਕਰਨੀ ਪੈਂਦੀ, ਧਰਨੇ, ਰੋਸ ਮੁਜ਼ਾਹਰੇ ਨਾ ਕਰਨੇ ਪੈਂਦੇ। ਕਿਉਂਕਿ ਗੱਲ ਚਾਹੇ ਅਕਾਲੀ ਭਾਜਪਾ ਦੀ ਹੋਵੇ ਜਾਂ ਕਾਂਗਰਸ ਦੀ ਹੋਵੇ ਜਾਂ ਝਾੜੂ ਦੀ ਹੋਵੇ, ਹਰ ਕਿਸੇ ਨੇ ਆਪਣੀਆਂ ਸਿਆਸੀ ਲਾਹਾ ਲੈਣਾ ਹੈ। ਅਕਾਲੀ ਭਾਜਪਾ ਤੇ ਕਾਂਗਰਸ ਨੂੰ ਤਾਂ ਤੁਸੀਂ ਪਹਿਲਾਂ ਹੀ ਦਰਕਿਨਾਰ ਕਰ ਦਿਓ, ਕਿਉਂਕਿ 84 ਕੋਈ ਭੁੱਲ ਨਹੀਂ ਸਕਦਾ। ਇੱਕ ਉਹ ਪਾਰਟੀ ਹੈ ਜਿਸ ਨੇ ਬਰਕਾ ਗੁਰੂ ਦਾ ਕਰਤਾ ਚੰਨ ਵੋਟਾਂ ਦੀ ਖਾਤਰ। ਦੂਸਰੀ ਉਹ ਪਾਰਟੀ ਹੈ ਕੈਪਟਨ ਅਮਰਿੰਦਰ ਸਿੰਘ ਜੋ ਅਜੇ ਵੀ ਸੱਤਾ ਦੇ ਵਿੱਚ ਕਾਬਜ਼ ਨੇ, ਜਿਨ੍ਹਾਂ ਨੇ ਬਾਣੀ ਹੱਥ 'ਚ ਫੜ ਕੇ ਝੂਠੀ ਸਹੁੰ ਖਾਧੀ ਤੇ ਪੂਰੇ ਪੰਜਾਬ ਨੂੰ ਧੋਖਾ ਦਿੱਤਾ, ਜਿਨ੍ਹਾਂ ਨੇ ਆਪਣੇ ਗੁਰੂ ਨੂੰ ਧੋਖਾ ਦੇ ਦਿੱਤਾ। ਜੋ ਆਪਣੇ ਗੁਰੂ ਦੇ ਨਹੀਂ ਹੋਏ ਉਹ ਆਵਾਮ ਦੇ ਕਿੱਥੋਂ ਹੋਣਗੇ। ਤੇ ਦੂਸਰੇ ਪਾਸੇ ਆਮ ਆਦਮੀ ਪਾਰਟੀ ਬਹੁਤ ਭਰੋਸੇ ਦੇ ਨਾਲ, NRI ਵੀਰਾਂ ਨੇ ਬੜੇ ਸਹਿਯੋਗ ਦੇ ਨਾਲ ਉਹਨਾਂ ਨੂੰ ਸੱਤਾ 'ਚ ਉਤਾਰਿਆ ਸੀ। ਪਰ ਆਮ ਆਦਮੀ ਪਾਰਟੀ ਦਾ ਝਾੜੂ ਕਿੱਦਾਂ ਤੀਲਾ ਹੋਇਆ ਸੱਤਾ ਤੇ ਸਿਆਸਤ ਦੇ ਵਿੱਚ, ਉਹ ਦੁਨੀਆ ਦੇ ਸਾਹਮਣੇ ਹੈ, ਜੱਗ ਜ਼ਾਹਿਰ ਹੈ। ਤੇ ਇਸ ਲਈ ਕਿਤੇ ਨਾ ਕਿਤੇ ਹੁਣ ਜਿਹੜੇ ਵਿਦੇਸ਼ ਦੇ ਵਿੱਚ ਬੈਠੇ ਹੋਏ ਵੀਰ ਨੇ, ਉਹਨਾਂ ਦਾ ਭਰੋਸਾ ਇਹਨਾਂ ਸਾਰੀਆਂ ਪਾਰਟੀਆਂ ਤੋਂ ਉੱਠ ਚੁੱਕਿਆ ਹੈ। ਤਾਂ ਉਹ ਬਾਰ-ਬਾਰ ਬੇਨਤੀ ਕਰਦੇ ਨੇ, ਸੋਚਦੇ ਨੇ, ਕਹਿੰਦੇ ਨੇ ਕਿ ਕਿਸਾਨ ਜਥੇਬੰਦੀਆਂ ਦੇ ਆਗੂ ਆਹ ਘੋਲ ਅਸੀਂ ਜਿੱਤ ਚੁੱਕੇ ਹਾਂ, ਇਹਦੇ ਵਿੱਚ ਹੋਰ ਅਸੀਂ ਕੀ ਬਾਕੀ ਰਹਿ ਗਿਆ ਹੈ।
ਕਿ ਇਹ ਪ੍ਰਾਪਤੀਆਂ ਕਰਕੇ ਉਸ ਤੋਂ ਬਾਅਦ ਅਸੀਂ ਆਪਣੇ ਇਲਾਕਿਆਂ ਦੇ ਵਿੱਚ ਨਿਸ਼ਾਨਦੇਹੀ ਕਰੀਏ, ਆਪਣੇ ਏਰੀਆਜ਼ ਦੇ ਵਿੱਚ ਨਿਸ਼ਾਨਦੇਹੀ ਕਰੀਏ। ਸੁਹਿਰਦ ਪੜ੍ਹੇ ਲਿਖੇ ਨੌਜਵਾਨ ਕਿਹੜਾ ਐਮਐਲਏ ਬਣ ਸਕਦਾ, ਕਿਹੜਾ ਐਮਪੀ ਬਣ ਸਕਦਾ, ਕਿਹੜਾ ਐਮਸੀ ਬਣ ਸਕਦਾ, ਕਿਹੜਾ ਸਰਪੰਚ ਬਣ ਸਕਦਾ, ਆਪ ਅਸੀਂ ਕੱਢੀਏ, ਦੇਖੀਏ। ਸਾਰੀਆਂ ਜਥੇਬੰਦੀਆਂ, ਕਿਸਾਨ ਜਥੇਬੰਦੀਆਂ, ਸਿਰਫ ਇਹ ਨਹੀਂ ਕਿ ਅਗਰ ਅੱਜ ਮੈਂ ਉਗਰਾਹਾਂ ਦੇ ਮੰਚ ਉੱਤੇ ਬੈਠਿਆ ਤਾਂ ਸਿਰਫ ਇਹਨਾਂ ਨੂੰ ਕਹਿ ਰਿਹਾ ਹਾਂ। ਸਾਰੀਆਂ ਜਥੇਬੰਦੀਆਂ ਆਪਸ 'ਚ ਸਿਰ ਜੋੜਨ, ਕਿਉਂਕਿ ਸਾਡੇ ਏਕੇ ਵਿੱਚ ਹੀ ਸਾਡੀ ਜਿੱਤ ਹੈ। ਤੇ ਸਿਰ ਜੋੜਨ ਤੋਂ ਬਾਅਦ ਨਿਸ਼ਾਨਦੇਹੀ ਪੂਰੇ ਪੰਜਾਬ ਦੇ ਵਿੱਚ ਜਿਹੜੇ ਨੌਜਵਾਨਾਂ ਦੀ ਕੀਤੀ ਹੈ ਉਹਨਾਂ ਨੂੰ ਸਿਆਸਤ ਦੇ ਵਿੱਚ ਉਤਾਰੇ ਜਾਵੇ, ਕਿਉਂਕਿ ਇਹ ਸਾਨੂੰ ਗੰਦੀ ਸਿਆਸਤ ਸਾਫ਼ ਕਰਨੀ ਪੈਣੀ ਹੈ। ਜੇ ਪੰਜਾਬ ਦੇ ਵਿੱਚ ਹਰ ਥਾਂ ਦੇ ਵਿੱਚ ਕੇਸਰੀ ਨਿਸ਼ਾਨ ਸਾਹਿਬ ਬੇਝਿਜਕ ਝੂਲਦੇ ਹੋਣਗੇ ਤਾਂ ਉਹ ਦਿਨ ਦੂਰ ਨਹੀਂ ਹੋਏਗਾ ਜਦੋਂ ਪੂਰੇ ਭਾਰਤ ਦੇ ਵਿੱਚ ਕੇਸਰੀ ਨਿਸ਼ਾਨ ਸਾਹਿਬ ਝੂਲਦੇ ਹੋਣਗੇ ਤੇ ਮਹਾਰਾਜਾ ਰਣਜੀਤ ਸਿੰਘ ਵਰਗਾ ਰਾਜ ਭਾਗ ਵੀ ਸਾਡੇ ਹੱਥਾਂ ਵਿੱਚ ਹੋਵੇਗਾ। ਪਰ ਇਹ ਗੰਦੀ ਸਿਆਸਤ ਜਿਹੜੀ ਸਿਰਫ ਤੇ ਸਿਰਫ ਮਤਲਬ ਦੀ ਹੁਕੂਮਤ ਕਰਦੀ ਹੈ, ਇਹਨਾਂ ਨੂੰ ਸਾਨੂੰ ਦਰਕਿਨਾਰ ਕਰਨਾ ਪਵੇਗਾ। ਜਦੋਂ ਤੱਕ ਅਸੀਂ ਇਹਨਾਂ ਨੂੰ ਦਰਕਿਨਾਰ ਨਹੀਂ ਕਰਦੇ, ਇਹਨਾਂ ਦੀ ਅਸਲੀਅਤ ਨਹੀਂ ਦਿਖਾਉਂਦੇ, ਉਦੋਂ ਤੱਕ ਇਹ ਮੁਮਕਿਨ ਨਹੀਂ ਹੈ। ਕਹਿੰਦੇ ਨੇ ਕਿ ਕਿਸੇ ਨੂੰ ਵੀ ਰਾਜ ਭਾਗ ਐਵੇਂ ਹੀ ਨਹੀਂ ਮਿਲਦਾ, ਜੋ ਲੈ ਹੈ ਨਿਜ ਬਲ ਸੇ ਲੈ ਹੈ। ਤੇ ਆਖਰੀ ਅਸੀਂ ਨਿਜ ਬਲ ਅਪਣਾਵਾਂਗੇ ਜੇ ਸਰਕਾਰਾਂ ਨਹੀਂ ਝੁਕਦੀਆਂ। ਨਿਹੰਗ ਸਿੰਘ ਜਥੇਬੰਦੀਆਂ ਨੇ ਜੋ ਕੁਝ ਕਿਹਾ ਹੈ, ਜੋ ਐਲਾਨ ਕੀਤਾ ਹੈ 25-26 ਤਰੀਕ ਦਾ, ਤੁਸੀਂ ਬਾਖੂਬ ਜਾਣਦੇ ਹੋ। ਸਿੰਘੂ ਮੋਰਚੇ ਤੋਂ ਤੁਹਾਡੇ ਸਾਹਮਣੇ ਉਹ ਵੀ ਕੀਤਾ ਸੀ। ਅੰਤ ਦੇ ਵਿੱਚ ਇਹੀ ਕਹਾਂਗਾ, ਸਰਕਾਰਾਂ ਨੂੰ ਬੇਨਤੀ ਹੈ, ਮੰਨ ਜੋ ਝੁਕ ਗਏ ਹੋ ਤੁਸੀਂ, ਆਪਣਾ ਬਲ ਖਤਮ ਕਰ ਲਓ ਰੱਸੀ, ਕਿਉਂਕਿ ਤੁਹਾਡੀ ਬਲ ਚੁੱਕੀ ਹੈ, ਸੜ ਚੁੱਕੀ ਹੈ। ਅਜੇ ਵੀ ਅਗਰ ਤੁਸੀਂ ਸਾਡਾ ਸਿਦਕ ਦੇਖਣਾ ਚਾਹੁੰਦੇ ਹੋ, ਇਹਨਾਂ ਨੌਜਵਾਨਾਂ ਦਾ, ਇਹਨਾਂ ਬਜ਼ੁਰਗਾਂ ਦਾ ਸਿਦਕ ਦੇਖਣਾ ਚਾਹੁੰਦੇ ਹੋ, ਜਾਂ ਮੋਰਚੇ ਹੋਰ ਲੰਬੇ ਖਿੱਚਣਾ ਚਾਹੁੰਦੇ ਹੋ, ਆਪਣੀ ਆਕੜ ਪਗਾਉਣਾ ਚਾਹੁੰਦੇ ਹੋ, ਜਾਂ ਇਹਨਾਂ ਮੋਰਚਿਆਂ ਨੂੰ ਢਾਹ ਲਾਉਣਾ ਚਾਹੁੰਦੇ ਹੋ, ਤਾਂ ਉਹ ਕਦੇ ਚਾਹ ਕੇ ਵੀ ਨਹੀਂ ਹੋ ਸਕਦਾ, ਕਿਉਂਕਿ ਇਹਨਾਂ ਮੋਰਚਿਆਂ ਦੀ ਰਖਵਾਲੀ, ਇਸ ਕਲਾ ਦੀ ਰਖਵਾਲੀ ਉਹ ਵਾਹਿਗੁਰੂ ਅਕਾਲ ਪੁਰਖ ਆਪ ਕਰ ਰਿਹਾ ਹੈ। ਇਸ ਦੇ ਉੱਤੇ ਜੋ ਕਲਾ ਵਰਤਾਈ ਜਾ ਰਹੀ ਹੈ, ਉਸ ਦੀ ਪਹਿਰੇਦਾਰੀ ਨਿਹੰਗ ਸਿੰਘ ਜਥੇਬੰਦੀਆਂ, ਉਹਨਾਂ ਦੀਆਂ ਫੌਜਾਂ ਆਪ ਕਰ ਰਹੀਆਂ ਨੇ, ਸਿੰਘ ਸ਼ਹੀਦ ਆਪ ਕਰ ਰਹੇ ਨੇ। ਤਾਂ ਫਿਰ ਤੁਹਾਡੀ ਕਿਤੇ ਔਕਾਤ ਹੀ ਨਹੀਂ ਰਹਿੰਦੀ ਕਿ ਤੁਸੀਂ ਇਹਨਾਂ ਮੋਰਚਿਆਂ ਨੂੰ ਢਾਹ ਵੀ ਲਾ ਸਕੋ। ਇੰਨੀਆਂ ਕੀ ਬੇਨਤੀਆਂ ਪ੍ਰਵਾਨ ਕਰਨਾ, ਜੇਕਰ ਗੱਲ ਪੱਲੇ ਪਈ ਹੋਵੇ, ਚੰਗੀ ਲੱਗੀ ਹੋਵੇ ਤਾਂ ਉਸ ਦੇ ਉੱਤੇ ਅਮਲ ਕਰਨ ਦੀ ਜ਼ਰੂਰ ਸੋਚਣਾ। ਪ੍ਰੋਗਰਾਮ ਚੰਗਾ ਲੱਗਿਆ ਹੋਵੇ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ। ਬਾਕੀ ਆਪਣੀਆਂ ਭਾਵਨਾਵਾਂ ਨੀਚੇ ਕਮੈਂਟਸ ਦੇ ਵਿੱਚ ਤੁਸੀਂ ਵਿਅਕਤ ਕਰ ਸਕਦੇ ਹੋ। ਦਿਓ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।